वाह धामी साहब, करोड़ां दे टेंडर, करोड़ां दे घपले, पर अंदर ही अंदर हुण तां इह भी कन्फर्म हो गया थल्ले वालियां कोल तां घट ही जांदा, सिद्धा करोड़ां रुपया पहुंचदा आ उत्ते ही प्रधानां कोल जां उहनां दे आका कोल। वाहिगुरू जी का खालसा, वाहिगुरू जी की फतेह। जी हाँ गुरु प्यारिओ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਸਾਡੀ ਕੌਮ ਦਾ ਪ੍ਰਬੰਧ ਸਾਂਭਣਾ ਸੀ, ਗੁਰੂ ਘਰਾਂ ਦਾ ਪ੍ਰਬੰਧ ਸਾਂਭਣਾ ਸੀਗਾ, ਗਰੀਬ ਗੁਰਬੇ ਜਿਹੜੇ ਸਿੱਖ ਹੈਗੇ ਨੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਚੱਕਣੀ ਸੀ। ਜੇ ਕਿਸੇ ਕੋਲ ਛੱਤ ਨਹੀਂ ਹੈ ਉਹਨਾਂ ਦੇ ਘਰ ਬਣਾ ਕੇ ਦੇਣੇ ਸੀ, ਪਰ ਇਹ ਤਾਂ ਆਪਣੀ ਸੇਵਾ ਵਿੱਚ ਹੀ ਲੱਗ ਗਏ। ਕਰੋੜਾਂ ਅਰਬਾਂ ਦਾ ਬਜਟ ਫੰਡ, ਪਰ ਉਹ ਫੰਡ ਬਣੀ ਖੰਡ ਸਿਰਫ ਇਹਨਾਂ ਵਾਸਤੇ, ਬਾਕੀਆਂ ਦੇ ਹਿੱਸੇ ਤਾਂ ਕੱਖ ਵੀ ਨਹੀਂ ਆਇਆ। ਦਿਖਾਵੇ ਵਾਸਤੇ ਚਾਹੇ ਚੁਟਕੀ ਇੱਕ ਭਰ ਕੇ ਦੇ ਦੇਣ ਤੇ ਦਿਖਾਉਂਦੇ ਨੇ ਕਿ ਅਸੀਂ ਬੁੱਕਾਂ ਭਰ ਭਰ ਕੇ ਦਿੱਤਾ ਆ। ਖੈਰ ਅੱਜ ਸ਼ੁਰੂਆਤ ਕਰਦੇ ਹਾਂ ਜੀ ਸ਼੍ਰੀ ਮੰਜੀ ਸਾਹਿਬ ਗੁਰਦੁਆਰਾ ਆਲਮਗੀਰ ਤੋਂ, ਜਿੱਥੇ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਬੀਤੇ ਦਿਨੀ ਮਤਲਬ ਜਦੋਂ ਉੱਥੇ ਨਵੀਂ ਇਮਾਰਤ ਗੁਰੂ ਘਰ ਦੀ ਬਣੀ ਸੀ ਤੇ ਸੋਨੇ ਦਾ ਇੱਕ ਕਲਸ਼ ਸੀਗਾ ਜਿਹੜਾ ਕਿ ਖੁਰਦ ਬੁਰਦ ਕਰ ਦਿੱਤਾ ਗਿਆ ਸੀ, ਪਤਾ ਹੀ ਨਹੀਂ ਲੱਗਿਆ ਸੀ ਉਹ ਕਲਸ਼ ਕਿੱਥੇ ਗਿਆ ਸੋਨੇ ਦਾ। ਖੈਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਮੇਰੇ ਪ੍ਰੋਗਰਾਮ ਤੋਂ ਬਾਅਦ ਧਾਮੀ ਸਾਹਿਬ ਨੇ ਭੇਜੀ ਟੀਮ ਤੇ ਇਹਨਾਂ ਦੀ ਫਲਾਇੰਗ ਟੀਮ ਗਈ ਹੋਏਗੀ ਉੱਥੇ ਜਾਂਚ ਮਾਂਚ ਕਰਨ ਵਾਸਤੇ। ਫਿਰ ਸਰਪੰਚ ਕੋਲ ਵੀ ਪਹੁੰਚੇ ਪੇਪਰ ਲੈ ਕੇ ਵੀ ਆਹ ਪੇਪਰਾਂ 'ਤੇ ਸਾਈਨ ਕਰ ਦਿਓ ਜੀ, ਕਲਸ਼ ਲੱਭ ਗਿਆ ਆ ਤੇ ਆਪਾਂ 20-25 ਦਿਨਾਂ ਤੱਕ ਲਿਆ ਕੇ ਸੋਨੇ ਦਾ ਕਲਸ਼ ਵਾਪਸ ਗੁਰੂ ਘਰ ਚੜ੍ਹਾ ਦਾਂਗੇ। ਪਰ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਉਸ ਗੁਰੂ ਘਰ ਦੇ ਜਿਹੜੇ ਪਿੰਡ ਵਾਸੀ ਹੈਗੇ ਉਹਨਾਂ ਦੇ ਨਾਲ, ਤੇ ਮੈਂ ਉਹਨਾਂ ਨੂੰ ਸਪੈਸ਼ਲੀ ਇਹ ਗੱਲ ਕਹੀ ਸੀ ਵੀ SGPC ਵਾਲੇ ਜਿੰਨੀਆਂ ਮਰਜ਼ੀ ਤੁਹਾਨੂੰ ਟੋਪੀਆਂ ਪਾਉਣ ਦੀ ਕੋਸ਼ਿਸ਼ ਕਰਨ, ਕਿਸੇ ਕਾਗਜ਼ ਦੇ ਉੱਤੇ ਸਾਈਨ ਨਾ ਕਰ ਦਿਓ। ਤੇ ਉਹਨਾਂ ਨੇ ਐਵੇਂ ਕੀਤਾ। ਸਰਪੰਚ ਸਾਹਿਬ ਆਈ ਥਿੰਕ ਮੇਸ਼ੀ ਹੈ ਸਰਪੰਚ ਉੱਥੇ ਦਾ, ਉਹਨਾਂ ਨੇ ਮਨਾ ਕਰਤਾ ਵੀ ਜਦੋਂ ਤੱਕ ਕਲਸ਼ ਨਹੀਂ ਆਉਂਦਾ ਉਦੋਂ ਤੱਕ ਅਸੀਂ ਕਿਸੇ ਵੀ ਦਸਤਾਵੇਜ਼ ਤੇ ਕਿਸੇ ਵੀ ਪੇਪਰ ਤੇ ਸਾਈਨ ਨਹੀਂ ਕਰਦੇ। ਫਿਰ ਜਦੋਂ ਉਹਨਾਂ ਤੋਂ ਪੁੱਛੇਗਾ ਤਾਂ ਫਿਰ ਹਾਰ ਕੇ ਇਹਨਾਂ ਨੂੰ ਦੱਸਣਾ ਪਿਆ ਕਿ ਜਿਹੜਾ ਕਲਸ਼ ਹੈਗਾ ਜੀ ਬਾਬਾ ਅਮਰੀਕ ਸਿੰਘ ਪਟਿਆਲੇ ਵਾਲਿਆਂ ਦੇ ਕੋਲ, ਕਾਰ ਸੇਵਾ ਵਾਲੇ ਜਿਹੜੇ ਬਾਬੇ ਨੇ ਉਹਨਾਂ ਦੇ ਕੋਲ ਪਿਆ ਆ। ਹੁਣ ਇਹ ਵੀ ਪਤਾ ਨਹੀਂ ਸੱਚ ਆ ਕਿ ਝੂਠ ਆ। 20 ਤੋਂ 25 ਦਿਨ ਦਾ ਸੰਗਤ ਜੀ ਇਹਨਾਂ ਨੇ ਟਾਈਮ ਲਿੱਤਾ ਆ, ਠੀਕ ਹੈ ਜੀ, ਪਿੰਡ ਵਿੱਚ ਆ ਕੇ ਕਿ 20 ਤੋਂ 25 ਦਿਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਜਿਹੜੇ ਪਟਿਆਲੇ ਵਾਲੇ ਹੈਗੇ ਨੇ ਕਾਰ ਸੇਵਾ ਵਾਲੇ, ਉਹਨਾਂ ਤੋਂ ਕਲਸ਼ ਸੋਨੇ ਦਾ ਲਿਆ ਕੇ ਵਾਪਸ ਗੁਰੂ ਘਰ ਦੇ ਵਿੱਚ ਰੱਖਿਆ ਜਾਏਗਾ, ਸੁਸ਼ੋਭਿਤ ਕੀਤਾ ਜਾਏਗਾ। ਹੁਣ ਇਹ ਦੇਖਦੇ ਹਾਂ ਵੀ ਮਤਲਬ ਕਾਰ ਸੇਵਾ ਅਗਰ ਚੱਲ ਰਹੀ ਹੈ ਤਾਂ ਕਾਰ ਸੇਵਾ ਵਾਲੇ ਬਾਬਿਆਂ ਦੇ ਕੋਲ ਮਤਲਬ ਸੋਨੇ ਦਾ ਸਮਾਨ ਉਹ ਆਪਣੇ ਅਧੀਨ ਲੈ ਜਾਂਦੇ ਨੇ। ਇਹ ਤੁਸੀਂ ਧਾਮੀ ਸਾਹਿਬ ਜ਼ਰੂਰ ਦੱਸਿਓ। ਉਸ ਤੋਂ ਇਲਾਵਾ ਜਿਹੜੀ ਮੈਂ ਤੁਹਾਨੂੰ ਪੁੱਛੀ ਸੀ ਕਿ ਡੇਰਾ ਬਾਬਾ ਨਾਨਕ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਸੋਨੇ ਦੀ ਪਾਲਕੀ ਸੀ, ਕਲਸ਼ ਲੱਭ ਲਿਆ ਤਾਂ ਕਿਰਪਾ ਕਰਕੇ ਪਾਲਕੀ ਵੀ ਲੱਭ ਲਿਓ। ਅੱਛਾ ਸੱਚ ਹਾਂ, ਲੈਂਪ ਵੀ ਲੱਭ ਲਿਓ, ਦਰਸ਼ਨੀ ਡਿਊਟੀ ਦੇ ਦਰਵਾਜ਼ੇ ਵੀ ਲੱਭ ਲਿਓ, ਸੋਮਨਾਥ ਮੰਦਿਰ ਦੇ ਦਰਵਾਜ਼ੇ ਵੀ ਲੱਭ ਲਿਓ, ਠੀਕ ਹੈ। ਕਿਉਂਕਿ ਸੰਤਾਂ ਵੇਲੇ ਇੰਦਰਾ ਨੇ ਲਿਖਤੀ ਚਿੱਠੀਆਂ ਭੇਜੀਆਂ ਸੀਗੀਆਂ ਤੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਸਾਡੇ ਨੇ, ਵਾਪਸ ਕਰ ਦਿਓ। ਤੇ ਸੰਤਾਂ ਨੇ ਕਿਹਾ ਸੀ ਜਿੱਦਾਂ ਅਸੀਂ ਹਾਸਲ ਕੀਤੇ ਨੇ ਉੱਦਾਂ ਕਰ ਸਕਦੇ ਹੋ ਤਾਂ ਹਾਸਲ ਸਾਡੇ ਤੋਂ ਕਰ ਦਿਓ, ਐ ਨਹੀਂ ਦੇ ਸਕਦੇ। ਸੋ ਉਹਨਾਂ ਨੇ ਹਾਸਲ ਕੀਤੇ ਜਾਂ ਹੱਥ ਜੋੜ ਕੇ ਉਹਨਾਂ ਤੱਕ ਪਹੁੰਚਾਏ ਗਏ। ਕਿਰਪਾ ਕਰਕੇ ਇਹ ਵੀ ਸਾਨੂੰ ਦੱਸਿਆ ਜਾਵੇ। ਧਾਮੀ ਸਾਹਿਬ ਹੁਣ ਤੁਹਾਨੂੰ ਹੀ ਪੁੱਛਣਾ ਆ, ਤੁਹਾਡੇ ਤੋਂ ਪਹਿਲਾਂ ਜਿਹੜੇ ਮਰਜ਼ੀ ਜਥੇਦਾਰ ਰਹੇ, ਹੁਣ ਪ੍ਰਧਾਨ ਰਹੇ, ਹੁਣ ਲੌਂਗੋਵਾਲ ਹੋਵੇ, ਬੀਬੀ ਜਗੀਰ ਕੌਰ ਹੋਵੇ, ਬਡੂੰਗਰ ਹੋਵੇ, ਠੀਕ ਹੈ, ਜਿੰਨੇ ਮਰਜ਼ੀ ਹੋਣ, ਮੱਕੜ ਹੋਵੇ, ਪਰ ਅਸੀਂ ਤਾਂ ਤੁਹਾਨੂੰ ਸਵਾਲ ਕਰਨੇ ਇਸ ਵੇਲੇ। ਤੁਸੀਂ ਹੋ ਜਿਹੜੀਆਂ ਗੱਲਾਂ ਦਾ ਤੁਹਾਨੂੰ ਨਹੀਂ ਪਤਾ ਤਾਂ ਪਤਾ ਕਰੋ, ਫਾਈਲਾਂ ਕੱਢੋ, ਸਾਰੀਆਂ ਉੱਥੇ ਪਈਆਂ ਨੇ, ਪੱਲਾ ਨਾ ਝਾੜੋ ਬਸ। ਖੈਰ ਅੱਗੇ ਆਉਂਦੇ ਹਾਂ ਜੀ ਸ਼੍ਰੀ ਫਤਿਹਗੜ੍ਹ ਸਾਹਿਬ, ਕੇਸਗੜ੍ਹ ਸਾਹਿਬ। ਬਹੁਤ ਸਾਰੇ ਗਰੀਬ ਨਾ ਗੁਰੂ ਘਰ ਦੇ ਨੇੜੇ ਰੇਹੜੀਆਂ ਲਾਉਂਦੇ ਨੇ ਸੰਗਤ ਜੀ। ਉਹ ਜਿਹੜੀਆਂ ਰੇਹੜੀਆਂ ਲੱਗਦੀਆਂ ਨੇ, ਮਤਲਬ ਇਹ ਗੁਰੂ ਘਰ ਦੀਆਂ ਜਿਹੜੀਆਂ ਦੁਕਾਨਾਂ ਨੇ ਲੱਖ ਲੱਖ ਰੁਪਏ ਕਿਰਾਏ ਤੇ ਜਾਣ ਵਾਲੀਆਂ, ਉਹ ਤਾਂ 4-4 ਹਜ਼ਾਰ ਰੁਪਏ ਤੇ ਆਪਣੇ ਸਗਿਆਂ ਨੂੰ ਦੇਈ ਫਿਰਦੇ ਨੇ। ਜਿਹੜੇ ਗਰੀਬ ਉੱਥੇ ਰੇਹੜੀਆਂ ਲਾਉਂਦੇ ਨੇ, ਚਾਹੇ ਕੋਈ ਬਰਗਰ ਵਾਲਾ ਹੈ, ਚਾਹੇ ਕੋਈ ਕੁਲਫੀ ਵਾਲਾ ਹੈ, ਚਾਹੇ ਕੋਈ ਮਤਲਬ ਛੋਲੇ ਭਟੂਰੇ ਵੇਚ ਰਿਹਾ, ਗੋਲ ਗੱਪੇ ਵੇਚ ਰਿਹਾ, ਕੁਛ ਵੀ ਉੱਥੇ ਜਿਹੜੀਆਂ ਰੇਹੜੀਆਂ ਲੱਗੀਆਂ, ਉਹਨਾਂ ਰੇਹੜੀਆਂ ਵਾਲਿਆਂ ਤੋਂ ਇਹ ਸਾਲ ਦਾ 1.5 ਲੱਖ ਤੋਂ ਲੈ ਕੇ 2-2.5 ਲੱਖ ਰੁਪਏ ਤੱਕ ਲੈਂਦੇ ਨੇ, ਠੀਕ ਹੈ ਜੀ। ਯਕੀਨ ਨਹੀਂ ਹੋ ਰਿਹਾ? ਕੋਈ ਗੱਲ ਨਹੀਂ ਜੀ, ਮੈਂ ਵੀਡੀਓ ਦਿਖਾ ਦਿੰਦਾ। ਖੈਰ ਜਿਹੜੇ ਬੰਦੇ ਬਿਆਨ ਦੇ ਰਹੇ ਨੇ ਰੇਹੜੀਆਂ ਵਾਲੇ, ਉਹਨਾਂ ਦੀਆਂ ਸ਼ਕਲਾਂ ਨਹੀਂ ਦਿਖਾਉਂਦਾ, ਪਰ ਵੀਡੀਓ ਤੁਹਾਨੂੰ ਦਿਖਾ ਦਿੰਦਾ ਆ ਤੇ ਵੀਡੀਓ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕੀ ਹੈ, ਤੇ ਆਵਾਜ਼ ਵੀ ਸੁਣ ਲਓ ਜਿਹੜੇ ਉੱਥੇ ਬੰਦੇ ਬਿਆਨ ਦੇ ਰਹੇ ਨੇ ਕੀ ਕਹਿ ਰਹੇ ਨੇ। ਉਸ ਤੋਂ ਬਾਅਦ ਅੱਗੇ ਆਉਂਦੇ ਅੱਜ ਫਿਰ ਤੋਂ ਈਸ਼ਰ ਸਿੰਘ ਦੀ ਰਿਪੋਰਟ ਤੇ। ਬਾਬਾ ਜੀ ਇਹ ਕੁਲਫੀ ਵਾਲੀ ਰੇਹੜੀ ਲੱਗੀ ਆ, ਇਹਦਾ 2 ਲੱਖ ਰੁਪਈਆ ਸਾਲ ਦਾ ਕਿਰਾਇਆ ਦਿੰਦੇ ਆ। ਆਹ ਕੁਲਫੀ ਵਾਲੀ ਰੇਹੜੀ 2 ਲੱਖ ਰੁਪਈਆ ਸਾਲ ਦਾ, ਆਹ ਦੁਕਾਨ ਹੈ 8 ਲੱਖ ਰੁਪਈਆ ਸਾਲ ਦਾ ਹੀ ਕਿਰਾਇਆ। ਆਹ ਦੇਖੋ, ਆਹ ਸੈਂਡਵਿਚ ਵਾਲੀ ਰੇਹੜੀ ਆ ਜੀ,
2 ਲੱਖ ਰੁਪਈਆ ਸਾਲ ਦਾ ਇਹਦਾ। ਕਿੱਦਾਂ ਇਹ ਕਿੰਨਾ ਕਿਰਾਇਆ ਕਰੂ ਇੱਥੇ ਰੇੜੀ ਦਾ ਇਹ ਜਿੱਦਾਂ ਇੱਧਰ ਨੂੰ ਆ ਕੇ ਵੀਡੀਓ ਬਣਾਉਂ ਮੈਂ ਦੱਸਦਾ। ਹਾਂ ਵੀਰੇ ਦੱਸ। ਹਾਂ ਬਾਈ ਕਿੰਨਾ ਕਿਰਾਇਆ? 1,55,000 ਰੁਪਏ 1,55,000 ਰੁਪਈਆ ਸਾਲ ਦਾ ਕਿਰਾਇਆ। ਤੇ ਆਹ ਦੇਖੋ ਸਾਧ ਸੰਗਤ ਜੀ, ਰੇੜੀ ਦੇਖ ਲਓ ਕਿੱਡੀ ਕੁ ਹੈਗੀ ਆ। ਬਾਈ ਵਿਚਾਰਾ ਇਹ ਪਤਾ ਨਹੀਂ ਫੈਮਿਲੀ ਦੇ ਵਿੱਚ ਕਿੰਨੇ ਜੀ ਖਾਣ ਵਾਲੇ ਹੋਣਗੇ ਤੇ ਕੀ ਵਿਚਾਰਾ ਆਪਣੀ ਮਿਹਨਤ ਕਰਦਾ। ਦੇਖ ਲਓ ਕਿੰਨੀ ਰੇੜੀ ਆ। ਤੇ ਮੇਰੇ ਖਿਆਲ 6 ਫੁੱਟ 4 ਦੀ ਹੋਣੀ ਹੈ ਨਾ। 6 ਫੁੱਟ ਦੀ ਆ ਰੇੜੀ ਆ ਬਾਈ ਜੀ। ਆ ਦੇਖ ਲਓ ਵਿਚਾਰਾ ਟਾਈਮ ਪਾਸ ਕਰਦਾ ਹੈ। ਤੇ ਬਾਈ ਦਾ 1.5 ਲੱਖ ਰੁਪਈਆ ਬਾਈ ਸਾਲ ਦਾ। ਦੁਬਾਰਾ ਫੇਰ ਦੱਸ। 1,55,000 ਰੁਪਏ 1,55,000 ਰੁਪਈਆ ਸਾਲ ਦਾ ਕਿਰਾਇਆ ਲੈਂਦੇ ਆ ਬਾਈ। ਇੱਥੋਂ 2 ਲੱਖ ਤੋਂ ਲੈ ਕੇ 15 ਲੱਖ 12 ਲੱਖ ਰੁਪਈਆ ਮੈਂ ਬਹੁਤ ਸਾਰੀਆਂ ਦੁਕਾਨਾਂ ਵਾਲਿਆਂ ਨੂੰ ਪੁੱਛਿਆ, ਸਾਰਿਆਂ ਦਾ ਰੈਂਟ ਇੰਨਾ ਆ। ਮਤਲਬ ਦੇਖ ਲਓ ਵੀ ਤੁਸੀਂ 2 ਲੱਖ ਤੋਂ ਲੈ ਕੇ 1,55,000 ਬਾਈ ਨੇ ਦੱਸਿਆ। ਤੇ ਮਤਲਬ 15 ਲੱਖ 12 ਲੱਖ ਤੱਕ ਆਮ ਦੁਕਾਨਾਂ ਵਾਲੇ ਰੈਂਟ ਪੇ ਕਰਦੇ ਆ, ਮਤਲਬ ਸਾਲ ਦਾ ਹੀ। ਦੇਖ ਲਓ ਤੁਸੀਂ ਹੁਣ ਇਹ ਗੋਲਕਾਂ ਥਾਂ ਇਹਨਾਂ ਨੇ ਰੱਖੀਆਂ ਹੋਈਆਂ, ਨਿਸ਼ਾਨ ਸਾਹਿਬਾਂ ਦੇ ਕੋਲ ਗੋਲਕਾਂ ਰੱਖੀਆਂ ਹੋਈਆਂ, ਜਿੱਥੇ ਕਿਤੇ ਗੁਰੂ ਘਰ ਦਾ ਗੇਟ ਹੈ ਉੱਥੇ ਗੋਲਕਾਂ ਰੱਖੀਆਂ ਹੋਈਆਂ। ਇਹਨਾਂ ਨੂੰ ਰੱਜ ਨਹੀਂ ਆਉਂਦਾ। ਦੇਖੋ ਗਰੀਬ ਬੰਦਿਆਂ ਨੂੰ ਵੀ ਫ੍ਰੀ ਰੇੜੀ ਨਹੀਂ ਲਾਉਣ ਦਿੰਦੇ ਹੈਗੇ ਸਾਧ ਸੰਗਤ ਜੀ। ਤੇ ਤੁਸੀਂ ਦੱਸਿਓ ਵੀ ਇਹਨਾਂ ਲੋਕਾਂ ਦਾ ਕੀ ਹਿਸਾਬ ਕਿਤਾਬ ਕੀਤਾ ਜਾਵੇ ਹਨਾ। ਹੋਰ ਤਾਂ ਹੋਰ ਇਹ ਤਾਂ ਚਲੋ ਇਹਨਾਂ ਦਾ ਇੱਥੇ ਤਾਂ ਦੱਸਤਾ। ਹੁਣ ਤੁਹਾਨੂੰ ਸੁਣਾਉਂਦੇ ਆ ਵੀ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਨੇ ਜਗ੍ਹਾ ਸਾਹਮਣੇ ਦਿੱਤੀ ਹੋਈ ਹੈ, ਮਤਲਬ ਜਿਹੜੀ ਜਗ੍ਹਾ ਗੁਰੂ ਘਰ ਦੇ ਅਧੀਨ ਵੀ ਨਹੀਂ ਆਂਦੀ, ਮੇਨ ਰੋਡ ਗੁਰੂ ਘਰ ਤੋਂ ਹਟ ਕੇ ਜਿਹੜੀ ਸਾਹਮਣੇ ਸੜਕ ਆ, ਅਗਰ ਇਹ ਗਰੀਬ ਉੱਥੇ ਰੇਹੜੀਆਂ ਲਾਉਂਦੇ ਨੇ ਤਾਂ ਫਿਰ ਇਹ ਕੀ ਕਰਦੇ ਨੇ, ਹੁਣ ਉਹ ਸੁਣੋ ਤੁਸੀਂ। ਸਾਧ ਸੰਗਤ ਜੀ ਇੱਕ ਹੋਰ ਗੱਲ ਤੁਹਾਨੂੰ ਦੱਸਦਾ। ਆਹ ਦੇਖੋ ਸਾਹਮਣੇ ਦੁਕਾਨ ਤੁਹਾਨੂੰ ਦਿਸ ਰਹੀ ਆ, ਉਹ ਦੇਖੋ ਰੈਸਲਰ ਲਿਖਿਆ ਹੋਇਆ ਉਹਦੇ ਤੇ ਉਹਦੇ ਨਾਲ ਉਹ ਗੱਡੀ ਜਾ ਰਹੀ, ਇੱਕ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ। ਉਹ ਜਿਹੜਾ ਸਿਟੀ ਦੀ ਕਮੇਟੀ ਦਾ ਰੋਡ ਆ, ਉਹ ਕਮੇਟੀ ਦਾ ਜਿਹੜਾ ਸਿਟੀ ਦੀ ਕਮੇਟੀ ਦਾ ਰੋਡ ਹੈ, ਸਰਕਾਰੀ ਰੋਡ ਕਹਿ ਲਓ ਜਾਂ ਉਹਨੂੰ ਜੋ ਮਰਜ਼ੀ, ਉੱਥੇ ਇਹ ਗੁਰਦੁਆਰੇ ਵਾਲੇ ਰੇੜੀ ਲੱਗਣ ਨਹੀਂ ਦੇ ਰਹੇ। ਕਿਉਂ ਨਹੀਂ ਲੱਗਣ ਦੇ ਰਹੇ? ਉੱਥੇ ਕਮੇਟੀ ਵਾਲੇ ਫ੍ਰੀ ਲਾਉਂਦੇ ਰੇੜੀਆਂ ਨੂੰ, ਕਹਿੰਦੇ ਫ੍ਰੀ ਲਾ ਲਓ ਕੋਈ ਚੱਕਰ ਨਹੀਂ। ਗੁਰਦੁਆਰੇ ਵਾਲੇ ਉੱਥੇ ਲੱਗਣ ਨਹੀਂ ਦੇ ਰਹੇ ਕਿ ਗੁਰਦੁਆਰਿਆਂ ਦੀ ਇਨਕਮ ਬੰਦ ਹੁੰਦੀ ਹੈ। ਗੁਰਦੁਆਰੇ ਬਦਮਾਸ਼ੀ ਕਰਦੇ ਉੱਪਰ, ਉੱਥੇ ਨਹੀਂ ਤੁਸੀਂ ਰੇੜੀਆਂ ਲਾ ਸਕਦੇ, ਅੰਦਰ ਲਾਓ, ਅੰਦਰ ਆ ਕੇ ਪਰਚੀ ਕਟਾਓ ਹਨਾ। ਇਸ ਤਰ੍ਹਾਂ ਕਹਿ ਰਹੇ ਆ ਗੁਰਦੁਆਰੇ ਵਾਲੇ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੀ ਸਾਹਮਣੇ ਸਰਕਾਰੀ ਸੜਕ ਹੈ, ਸਰਕਾਰੀ ਸੜਕ ਉੱਤੇ ਅਗਰ ਇਹ ਗਰੀਬ ਜਾ ਕੇ ਰੇੜੀਆਂ ਲਾਉਂਦੇ ਨੇ ਤਾਂ ਇਹਨਾਂ ਦੇ ਜਿਹੜੇ ਗੁੰਡੇ ਪਾਲੇ ਹੋਏ ਨੇ ਜਾ ਕੇ ਉੱਥੇ ਇਹਨਾਂ ਨੂੰ ਡਾਂਗਾ ਮਾਰਦੇ ਨੇ। ਉੱਥੇ ਮਤਲਬ ਜਿਹੜੀ ਸਰਕਾਰੀ ਥਾਂ ਆ ਉੱਥੇ ਅਗਰ ਰੇੜੀ ਲਾਣੀ ਹੈ ਤਾਂ 500 ਰੁਪਏ ਪਰਚੀ ਲੱਗਦੀ ਹੈ ਉਹਦੀ, ਠੀਕ ਹੈ ਜੀ। ਹੁਣ ਇਹ ਉਹਨਾਂ ਤੋਂ ਲੱਖਾਂ ਰੁਪਈਆ ਲੈਂਦੇ ਨੇ, ਮਤਲਬ 1.5 ਲੱਖ ਤੋਂ ਸ਼ੁਰੂ ਹੋ ਕੇ ਇਹਨੇ ਦੱਸਿਆ ਵੀ ਉੱਥੇ ਦੁਕਾਨਾਂ ਵੀ ਜਿਹੜੀਆਂ ਸਾਹਮਣੇ ਹੈਗੀਆਂ ਨੇ ਉਹਨਾਂ ਦਾ ਵੀ 12 ਤੋਂ 15 ਲੱਖ ਰੁਪਈਆ ਸਾਲਾਨਾ ਕਿਰਾਇਆ ਆ। ਪਰ ਬੁੱਟਰ ਵਰਗੇ ਨੂੰ ਇਹਨਾਂ ਨੇ ਉਹ ਵੀ 5-5 ਮਤਲਬ ਹਜ਼ਾਰ ਦੇ ਵਿੱਚ ਤਨਖਾਹ ਦਿੱਤੀ ਹੋਈ ਹੈ। 5-5 ਹਜ਼ਾਰ 'ਚ ਸਾਰੀ ਕੀ ਬੋਲਦੇ ਕਿਰਾਏ 'ਤੇ ਦਿੱਤੀ ਹੋਈ ਹੈ ਦੁਕਾਨ, ਤੇ ਉਹ ਅੱਗੇ 30-40 ਹਜ਼ਾਰ ਲੈਂਦਾ ਹੈ। ਸੋ ਇਦਾਂ ਦੇ ਜਿਹੜੇ ਤਲਵੇ ਚੱਟ ਇਹਨਾਂ ਨੇ ਪਾਲੇ ਹੋਏ ਆ, ਇਹ ਗਰੀਬਾਂ ਦਾ ਵੀ ਖੂਨ ਚੂਸਦੇ ਆ। ਜਿਹੜੇ ਬਾਹਰ ਰੇੜੀ ਲਾ ਕੇ ਵਿਚਾਰੇ, ਠੀਕ ਹੈ, ਕੋਈ ਕੁਲਫੀਆਂ ਵੇਚ ਰਿਹਾ, ਕੋਈ 버ਗਰ ਵੇਚ ਰਿਹਾ, ਕੋਈ ਕੁਛ ਵੇਚ ਰਿਹਾ, ਕੋਈ ਕੁਛ ਵੇਚ ਰਿਹਾ, ਉਹਨਾਂ ਦਾ ਵੀ ਇਹਨਾਂ ਨੇ ਜੀਣਾ ਹਰਾਮ ਕੀਤਾ। ਇਹ ਸਾਡੇ ਪੰਥਕ ਨੇ। ਧਾਮੀ ਸਾਹਿਬ ਆ ਵੀ ਦੱਸਿਓ ਜਰਾ, ਜਿੰਨੇ ਵੀ ਗੁਰੂ ਘਰਾਂ ਦੇ ਬਾਹਰ ਰੇੜੀਆਂ ਲੱਗਦੀਆਂ ਨੇ ਉਹਨਾਂ ਤੋਂ ਸਾਲਾਨਾ ਕਿੰਨਾ ਪੈਸਾ ਇਕੱਠਾ ਕੀਤਾ ਜਾਂਦਾ ਤੇ ਕਿਹੜੇ ਖਾਤੇ ਦੇ ਵਿੱਚ ਆਂਦਾ ਉਹ, ਜਾਂ ਕਿਹੜਾ ਪ੍ਰਧਾਨ ਖਾਂਦਾ, ਜਾਂ ਕਿਹਦੇ ਕੋਲ ਪਹੁੰਚਾਇਆ ਜਾਂਦਾ, ਜਾਂ ਉੱਥੇ ਦੇ ਮੈਨੇਜਰ ਹੀ ਇਹ ਸਾਰਾ ਖਾ ਜਾਂਦੇ ਨੇ। ਕਿਉਂਕਿ ਬਜਟ ਦੇ ਵਿੱਚ ਤਾਂ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ ਵੀ ਭਾਈ ਰੇੜੀਆਂ ਤੋਂ ਆ ਇੰਨੀ ਗਰਾਈ ਕੀਤੀ ਅਸੀਂ, ਠੀਕ ਹੈ। ਤੁਹਾਡੀ ਤਾਂ ਜਿਹੜੀਆਂ ਅਸਲ ਗੁਰੂ ਘਰ ਦੀਆਂ ਦੁਕਾਨਾਂ ਨੇ ਉਹਨਾਂ ਦੀ ਤੁਸੀਂ ਸਹੀ ਕੀਮਤ ਨਹੀਂ ਪਾਉਂਦੇ। ਕਰੋੜਾਂ ਰੁਪਈਆ ਦੁਕਾਨਾਂ ਦੇ ਵਿੱਚੋਂ ਖਾ ਕੇ 4-4 ਹਜ਼ਾਰ ਤੇ ਦਿੱਤੀਆਂ ਹੋਈਆਂ ਨੇ, ਤੇ ਉਹ ਅੱਗੇ 50-50 ਹਜ਼ਾਰ 60-60 ਹਜ਼ਾਰ ਕਮਾ ਰਹੇ ਨੇ ਤੁਹਾਡੇ। ਫੇਰ ਤੁਸੀਂ ਕਹਿੰਦੇ ਹੋ ਸਾਡੇ ਕੋਲ ਪੈਸਾ ਹੈ ਨਹੀਂ ਦੇਣ ਵਾਸਤੇ। ਉਹ ਵੀ ਦੱਸਦਾ ਪੈਸਾ ਕਿਉਂ ਹੈ ਨਹੀਂ ਦੇਣ ਵਾਸਤੇ, ਕਿੱਥੇ ਖਾਂਦੇ ਹੋ ਤੁਸੀਂ, ਕਰਤੂਤਾਂ ਤੁਹਾਡੀਆਂ ਕਿੱਥੇ ਗੰਦੀਆਂ ਨੇ। ਖੈਰ ਸੰਗਤ ਜੀ ਅੱਗੇ ਆਉਂਦੇ ਆ, ਠੀਕ ਹੈ। ਚੰਦੋਆ ਸਾਹਿਬ, ਪਿਛਲੀ ਵਾਰ ਮੈਂ ਤੁਹਾਨੂੰ ਦੱਸਿਆ ਚੰਦੋਆ ਸਾਹਿਬ ਦਾ ਕੀ ਇਹ ਮਤਲਬ ਧੰਦਾ, ਇਹਨਾਂ ਦਾ ਕੀ ਚੱਲਦਾ, ਰੁਮਾਲੇ ਹੋਣ, ਚੰਦੋਏ ਹੋਣ, ਇਹ ਕਿੱਦਾਂ ਮਤਲਬ ਚੜਾਉਂਦੇ ਨੇ, ਕਿਹਨਾਂ ਤੋਂ ਆਉਂਦੇ ਨੇ। ਜਿੱਦਾਂ ਪਟਿਆਲੇ ਦੇ ਵਿੱਚ ਇੱਕੋ ਹੀ ਬੰਦਾ ਆ ਚੰਦੋਆ ਵੇਚਣ ਵਾਲਾ, ਉੱਦਾਂ ਅੰਮ੍ਰਿਤਸਰ ਦੇ ਵਿੱਚ 2-3 ਨੇ ਉਹੀ ਚੰਦੋਏ ਵੇਚਦੇ ਨੇ। ਹੋਰ ਤਾਂ ਹੋਰ ਚੰਦੋਆ ਚੜਾ ਦਿੱਤਾ ਗਿਆ। ਧਾਮੀ ਸਾਹਿਬ ਸਵਾਲ ਆ ਮੇਰਾ, ਲੇਜ਼ਰਾਂ ਦੇ ਉੱਤੇ ਚੰਦੋਆ ਜਦੋਂ ਚੜਾਇਆ ਜਾਂਦਾ ਵੀ ਚੰਦੋਆ ਕਿੰਨੀ ਤਰੀਕ ਨੂੰ ਕਿਹਦੇ ਵੱਲੋਂ ਚੜਾਇਆ ਗਿਆ, ਜਵਾਬ ਦਿਓ ਵੀ ਪਿਛਲੇ ਸਿਰਫ 1 ਸਾਲ ਦੀ ਡਿਟੇਲ ਕੱਢ ਕੇ ਦੇ ਦਿਓ ਜੀ। ਕਿੰਨੇ ਚੰਦੋਏ ਚੜੇ ਤੇ ਉਹ ਚੰਦੋਏ ਜਦੋਂ ਉਤਾਰੇ ਗਏ ਉਸ ਤੋਂ ਬਾਅਦ ਉਹਨਾਂ ਚੰਦੋਇਆਂ ਦਾ ਕੀ ਕੀਤਾ ਗਿਆ। ਮੈਨੂੰ ਪਤਾ ਕੁਝ ਪਿੰਡਾਂ ਦੇ ਵਿੱਚ ਵੀ ਤੁਹਾਡੇ ਵੱਲੋਂ ਭੇਜੇ ਜਾਂਦੇ ਨੇ ਚੰਦੋਏ, ਠੀਕ ਹੈ, ਜਿਹੜੇ ਸਸਤੇ ਜਿਹੇ ਹੁੰਦੇ ਨੇ ਉਹ। ਪਰ ਸੰਗਤ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਗੀ, ਜਿਹੜੇ ਚੰਦੋਇਆਂ ਦਾ ਰੇਟ ਲੱਖ ਤੋਂ ਪਲੱਸ ਹੈ ਨਾ, ਉਹ ਚੰਦੋਏ
ਮੁੜ ਕੇ ਨਵਿਆਂ ਵਾਂਗ ਬਿਲਕੁਲ ਪੈਕਿੰਗ ਕਰਕੇ ਉਹਨਾਂ ਦੁਕਾਨਾਂ ਤੇ ਜਾਂ ਫਿਰ ਹੋਰ ਦੁਕਾਨਾਂ ਤੇ ਭੇਜ ਦਿੱਤਾ ਜਾਂਦਾ ਹੈ। ਜਾਓ ਜੀ। ਤਾਂ ਫਿਰ ਤੁਸੀਂ ਸਮਝ ਸਕਦੇ ਹੋ ਵੀ ਕਈ ਵਾਰ ਅਜਿਹਾ ਹੋਇਆ ਆ ਵੀ ਜਿਨ੍ਹਾਂ ਨੇ ਚੰਦੋਆ ਖਰੀਦ ਕੇ ਚੜਾਇਆ ਸੀਗਾ ਉਹਨਾਂ ਦਾ ਹੀ ਕੋਈ ਹੋਰ ਪਰਿਵਾਰ ਚਲਾ ਗਿਆ ਚੰਦੋਏ ਲੈਣ ਵਾਸਤੇ, ਤੇ ਉਹਨਾਂ ਨੇ ਕਿਹਾ ਇਹ ਇਹਦੇ ਨਾਲ ਦਾ ਸੇਮ ਚੰਦੋਆ ਅਸੀਂ ਚੜਾਇਆ ਸੀ, ਤੇ ਫਿਰ ਉੱਥੇ ਇਹ ਫਸੇ। ਤੇ ਇਹਨਾਂ ਦੇ ਆਪਣੇ ਅੰਤਰਿੰਗ ਕਮੇਟੀ ਦੇ ਮੈਂਬਰ ਇੱਕ ਹੈਗੇ ਨੇ, ਉਹਨਾਂ ਨੇ ਵੀ ਇਹਨਾਂ ਦੇ ਚੰਗੇ ਪੋਤੜੇ ਫੋਲੇ ਨੇ, ਅੱਗੇ ਆਵਾਂਗੇ ਉਹਨਾਂ ਤੇ ਵੀ ਦੱਸਾਂਗੇ, ਠੀਕ ਹੈ, ਜਿਹੜੇ ਰਹੇ ਨੇ ਇਹਦੇ ਵਿੱਚ। ਸੋ ਧਾਮੀ ਸਾਹਿਬ, ਇੱਕ ਹੋਰ ਸਵਾਲ ਆ ਮੇਰਾ, ਚੰਦੋਆ ਸਾਹਿਬ ਤੇ ਰੁਮਾਲੇ ਜਿਹੜੇ ਚੜ੍ਹਦੇ ਨੇ ਲੇਜ਼ਰ ਦਿਖਾਈ ਜਾਵੇ 1 ਸਾਲ ਦੇ ਵਿੱਚ ਕਿੰਨੇ ਚੰਦੋਏ ਚੜੇ ਤੇ ਕਿੰਨੇ ਰੁਮਾਲੇ ਚੜੇ, ਤੇ ਉਸ ਤੋਂ ਬਾਅਦ ਉਹਨਾਂ ਚੰਦੋਇਆਂ ਦਾ ਤੇ ਰੁਮਾਲਿਆਂ ਦਾ ਕੀ ਕੀਤਾ ਗਿਆ। ਕਿਉਂਕਿ ਲੇਜ਼ਰਾਂ ਦੇ ਉੱਤੇ ਡੈਡ ਤਾਂ ਚੀਜ਼ ਉਦੋਂ ਹੀ ਹੁੰਦੀ ਹੈ ਨਾ ਜਦੋਂ ਵੇਚ ਦਿੱਤੀ ਜਾਵੇ ਜਾਂ ਫਿਰ ਕਿਤੇ ਹੋਰ ਪਹੁੰਚਾ ਦਿੱਤੀ ਜਾਵੇ, ਮਤਲਬ ਗੁਰੂ ਘਰਾਂ ਦੇ ਵਿੱਚ, ਅਦਰਵਾਈਜ਼ ਕਿੱਥੇ ਜਾਂਦੇ ਨੇ ਇੰਨੇ। ਠੀਕ ਹੈ ਜੀ, ਜਵਾਬ ਇਹਦਾ ਚਾਹੀਦਾ ਹੈ। ਖੈਰ ਅੱਗੇ ਆਇਓ ਜੀ। ਈਸ਼ਰ ਸਿੰਘ ਦੀ ਰਿਪੋਰਟ ਵਿੱਚ, ਮਤਲਬ ਮੈਂ ਕੱਲ੍ਹ ਈਸ਼ਰ ਸਿੰਘ ਦੀ ਰਿਪੋਰਟ ਫਿਰ ਤੋਂ ਥੋੜ੍ਹੀ ਜਿਹੀ ਪੜ੍ਹ ਰਿਹਾ ਸੀ, ਉਹਦੇ ਵਿੱਚ ਨਾ ਜੁਝਾਰ ਸਿੰਘ ਜਿਹੜੇ ਆਈ ਥਿੰਕ ਇਹਨਾਂ ਦੇ ਪਤਾ ਨਹੀਂ ਅਕਾਊਂਟੈਂਟ ਸੀਗੇ ਜਾਂ ਮੈਨੇਜਰ, ਆਈ ਥਿੰਕ ਅਕਾਊਂਟੈਂਟ ਸੀਗਾ, ਜੁਝਾਰ ਸਿੰਘ ਦਾ ਨਾ ਇੱਕ ਬਿਆਨ ਪੜ੍ਹਿਆ ਮੈਂ, ਉਹ ਬੜਾ ਹੀ ਦਿਲਚਸਪ ਲੱਗਿਆ, ਲਗਾ ਵੀ ਦੇਣਾ ਜੀ ਬਿਆਨ ਉਹ ਨਾਲ ਮੈਂ, ਠੀਕ ਹੈ, ਜਿਸ ਵਿੱਚ ਉਹਨਾਂ ਨੇ ਸਾਫ਼ ਕਿਹਾ ਸੀ ਜੇਕਰ ਫਲਾਈਂਗ ਵਿਭਾਗ ਅਤੇ ਖਰੀਦ ਵਿਭਾਗ ਦੇ ਵਿੱਚ ਇਮਾਨਦਾਰ ਵਿਅਕਤੀ ਲਗਾਏ ਜਾਣ ਤਾਂ ਕਰੋੜਾਂ ਦੀ ਬਚਤ ਹੋ ਸਕਦੀ ਹੈ। ਤੇ ਜੇ ਹੁਣ ਮੈਂ ਕਹਾਂ ਪ੍ਰਤਾਪ ਸਿੰਘ ਵਰਗਾ ਚੀਫ ਸਕੱਤਰ ਹੋਵੇ, ਗੁਰਾ ਰਣਜੀਤ ਧਨੇੜੇ ਵਰਗਾ ਦਿਲਬਾਗ ਵਰਗੇ ਮੈਨੇਜਰ ਹੋਣ, ਫਿਰ ਸੰਸਥਾ ਦਾ ਬੇੜਾ ਕਿੱਥੋਂ ਤਰਜੇ, ਫਿਰ ਤਾਂ ਕਰੋੜਾਂ ਦੇ ਘਪਲੇ ਹੋਣੇ ਹੀ ਹੋਣੇ। ਕਿੱਦਾਂ ਹੋਣੇ ਉਹ ਕਰੋੜਾਂ ਦੇ ਘਪਲੇ, ਠੀਕ ਹੈ ਜੀ, ਉਹ ਮੈਂ ਤੁਹਾਨੂੰ ਦੱਸਦਾ। ਮੈਂ ਪਹਿਲਾਂ ਕਿਹਾ ਸੀ ਨਾ, ਮਤਲਬ 300 ਜਿਹੜੇ 28 ਸਰੂਪ ਸੀ ਉਸ ਮਾਮਲੇ ਦੇ ਵਿੱਚ ਇਹਨੇ ਜਿੰਨੇ ਵੀ ਬੰਦੇ ਇਹਨਾਂ ਨੇ ਮਤਲਬ ਸਸਪੈਂਡ ਕੀਤੇ ਆ, ਜਿਹਨਾਂ ਦੇ ਤਹਿਮਤਾਂ ਲਾਈਆਂ, ਅਸਲ ਦੋਸ਼ੀ ਸ਼ਾਇਦ ਮੇਰੇ ਹਿਸਾਬ ਨਾਲ ਅੱਜ ਵੀ ਐਸ਼ ਕਰ ਰਹੇ ਨੇ, ਤੇ ਜਿਹਨਾਂ ਦੇ ਮਾੜੇ ਮੋਟੇ ਕਿਤੇ 19-21 ਕਿਤੇ ਉਹਨਾਂ ਦੇ ਵਿੱਚ ਕਮੀਆਂ ਹੋਣਗੀਆਂ ਜਾਂ ਗੁਨਾਹ ਹੋਣਗੇ, ਠੀਕ ਹੈ, ਉਹਨਾਂ ਦੇ ਉੱਤੇ ਇਹਨਾਂ ਨੇ ਘੜਾ ਭੰਨਿਆ। ਕਿਉਂਕਿ ਜੁਝਾਰ ਸਿੰਘ ਵੀ ਇਸੇ ਕੇਸ ਦੇ ਵਿੱਚ ਆਈ ਥਿੰਕ, ਜਿਹਨਾਂ ਮੈਂ ਇੱਕ ਵਾਰ ਫੋਨ ਤੇ ਗੱਲ ਕੀਤੀ ਸੀ ਤੇ ਉਹ ਪੱਤੇ ਵਾਂਗ ਕੰਬਦੇ ਨੇ ਗੱਲ ਕੀਤੀ, ਤੇ ਉਸ ਤੋਂ ਬਾਅਦ ਉਹ ਕਦੀ ਉਹਨੇ ਮੇਰਾ ਫੋਨ ਚੱਕਿਆ ਵੀ ਨਹੀਂ, ਆਈ ਥਿੰਕ ਮੈਨੂੰ ਬਲੌਕ ਲਿਸਟ 'ਚ ਹੀ ਪਾਤਾ ਉਹਨੇ। ਖੈਰ ਮਤਲਬ ਇਮਾਨਦਾਰੀ ਦੇ ਤਮਗੇ ਮੈਂ ਤੁਹਾਨੂੰ ਦੱਸਦਾ ਇਹਨਾਂ ਦੇ, ਤੇ ਕੀ ਇਹ ਕਰੋੜਾਂ ਦੇ ਘਪਲੇ ਕਿੱਦਾਂ ਹੁੰਦੇ ਨੇ, ਕਿਹੜੇ ਤਰੀਕੇ ਦੇ ਨਾਲ। ਆ ਜਿਹੜੀ ਇਹਦੇ ਵਿੱਚ ਇੱਕ ਚੀਜ਼ ਲਿਖੀ ਨਾ, ਮੈਂ ਥੋੜੀ ਜਿਹੀ ਕੀਤੇ ਖਰੀਦ ਵਿਭਾਗ, ਮੈਂ ਸੋਚਿਆ ਖਰੀਦ ਵਿਭਾਗ ਕੀ ਹੈ। ਫਿਰ ਜਦੋਂ ਮੈਂ ਖਰੀਦ ਵਿਭਾਗ ਦੀ ਜਾਂਚ ਥੋੜੀ ਜਿਹੀ ਕਰਨੀ ਸ਼ੁਰੂ ਕੀਤੀ ਤੇ ਮੇਰੇ ਪੈਰਾਂ ਥੱਲੋਂ ਆਪ ਜ਼ਮੀਨ ਨਿਕਲੀ ਕਿ ਆ ਇਹਨਾਂ ਦਾ ਖਰੀਦ ਵਿਭਾਗ ਤੇ ਇੰਨਾ ਇਹਨਾਂ ਦਾ ਬਜਟ ਹੈ। ਖੈਰ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਦੱਸਦਾ ਆ। ਇਹ ਜਿਹੜਾ ਖਰੀਦ ਵਿਭਾਗ ਹੈਗਾ ਜੀ, ਇਹਦੇ ਵਿੱਚੋਂ ਮਤਲਬ ਕੁੱਲ ਜਿੰਨੇ ਵੀ 80 ਜਾਂ 85 ਗੁਰਦੁਆਰੇ ਜਿਹੜੇ SGPC ਦੇ ਅਧੀਨ ਆਉਂਦੇ ਨੇ, ਉਹਨਾਂ ਵਾਸਤੇ ਟੋਟਲ ਖਰੀਦ ਕੀਤੀ ਜਾਂਦੀ ਹੈ। ਤੇ ਜੇਕਰ ਇਹਦੇ ਵਿੱਚ ਕੋਈ ਵੀ ਇਮਾਨਦਾਰ ਅਫਸਰ ਹੋਵੇ ਤਾਂ ਕਿਸੇ ਦੀ ਹਿੰਮਤ ਨਹੀਂ ਹੈ ਵੀ ਉੱਥੇ ਕੋਈ ਵੀ 19-21 ਹੋ ਸਕੇ ਜਾਂ ਘਪਲੇ ਹੋ ਸਕਣ। ਪਰ ਜੇਕਰ ਕੋਈ ਇਮਾਨਦਾਰ ਬੰਦਾ ਹੀ ਉੱਥੇ ਨਹੀਂ ਹੈਗਾ ਤਾਂ ਫਿਰ ਇਹ ਕਰੋੜਾਂ ਲੱਖਾਂ ਦੇ ਘਪਲੇ ਮਿੰਟੋ ਮਿੰਟੀ ਉਹਦੇ ਵਿੱਚ ਹੋ ਜਾਂਦੇ। ਤੇ ਆਬਵੀਅਸ ਹੈ ਵੀ ਅਗਰ ਜਿੱਦਾਂ ਦੇ ਮੈਂ ਨਾਮ ਦੱਸੇ, ਗੁਰਾ ਰਣਜੀਤ ਵਰਗੇ ਅਗਰ ਕਰਪਟ ਬੰਦੇ ਉੱਥੇ ਹੋਣਗੇ, ਠੀਕ ਹੈ, ਜਾਂ ਗੁਰਨਾਮ ਵਰਗੇ ਉੱਥੇ ਹੋਣਗੇ, ਪ੍ਰਤਾਪ ਵਰਗੇ ਉੱਥੇ ਹੋਣਗੇ, ਤਾਂ ਫਿਰ ਉਹਨਾਂ ਦੇ ਮਤਲਬ ਸਾਹਮਣੇ ਕਿਸੇ ਦੀ ਮਤਲਬ ਸੱਚੇ ਸੁੱਚੇ ਬੰਦੇ ਦੀ ਵੀ ਕੀ ਚੱਲਣੀ ਹੈ। ਉਹ ਕਿਉਂ ਇਹਨਾਂ ਦਾ ਮੂੰਹ ਮਾਰੂਗਾ, ਉਹਨਾਂ ਨੂੰ ਪਤਾ ਗੁੰਡੇ ਤਾਂ ਹੈਗੇ ਨੇ, ਇਸ ਕਰਕੇ ਜ਼ੁਬਾਨ ਬੰਦ ਕਰਕੇ ਰਹੀ ਹੈ। ਇਸ ਲਈ ਇਹ ਘੁਟਾਲੇ ਬਹੁਤ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ। ਜਾਂ ਆਪਾਂ ਕਹਿ ਸਕਦੇ ਵੀ ਬੂਟਾ ਸਿੰਘ ਇਹਨਾਂ ਦਾ ਇੱਕ ਫਲਾਈਂਗ ਇੰਸਪੈਕਟਰ ਹੈ, ਬਹੁਤ ਚੰਗਾ ਹੈ ਉਹ, ਨੋ ਡਾਊਟ। ਮੈਨੂੰ ਨੰਬਰ ਵੀ ਆਪ ਹੀ ਦਿੱਤਾ ਸੀ ਪਿਛਲੀ ਵਾਰ, ਸਤਿੰਦਰ ਨੇ, ਆ ਹੀ ਗਿਆ ਨੰਬਰ। ਖੈਰ ਮੈਂ ਕਾਲ ਨਹੀਂ ਕੀਤੀ, ਮੈਂ ਤੁਹਾਡਾ ਕੀ ਪਤਾ, ਹੋਰ ਉਹ ਵਿਚਾਰੇ ਚੰਗੇ ਭਲੇ ਦੇ ਤਹਿਮਤਾਂ ਲਾਉਣ ਵੀ ਸੈਣੀ ਦੇ ਨਾਲ ਤੂੰ ਫੋਨ ਤੇ ਗੱਲ ਕੀਤੀ, ਹੁਣ ਤੂੰ ਵੀ ਬਾਹਰ ਦਾ ਰਸਤਾ ਦੇਖ, ਇਸ ਕਰਕੇ ਮੈਂ ਉਹਨੂੰ ਕਾਲ ਹੀ ਨਹੀਂ ਕੀਤੀ ਵਿਚਾਰੇ ਨੇ। ਕੋਈ ਨਹੀਂ, ਸਤਿੰਦਰ ਨੂੰ ਮੈਂ ਤਾਂ ਹੀ ਅਗਲੇ ਦਿਨ 3-4 ਸਵਾਲ ਪੁੱਛ ਲਏ ਸੀ, ਉਹਦੇ ਹੀ ਜਵਾਬ ਦੇ ਦਿਓ, ਠੀਕ ਹੈ ਨਾ, ਬਹੁਤ ਹੋਊਗਾ। ਹੁਣ ਮੈਂ ਸੰਗਤ ਜੀ ਤੁਹਾਨੂੰ ਦੱਸਦਾ ਕਿ ਗੁਰੂ ਘਰਾਂ ਦੇ ਵਿੱਚ ਜਿਹੜਾ ਦੇਸੀ ਘੇ ਵਰਤਦੇ ਨੇ ਜਾਂ ਦੇਸੀ ਘੇ ਲਿੱਤਾ ਜਾਂਦਾ ਹੈ, ਉਸ ਦੇਸੀ ਘੇ ਜਿਹੜਾ ਹੈਗਾ ਆ, ਮਤਲਬ 1 ਸਾਲ ਦਾ ਸਿਰਫ ਦੇਸੀ ਘੇ ਦਾ ਬਜਟ 120 ਕਰੋੜ ਦੇ ਨੇੜੇ ਦਾ ਆ। 20,000 ਕੁਇੰਟਲ ਆਈ ਥਿੰਕ ਦੇਸੀ ਘੇ ਆਉਂਦਾ ਆ, ਤੇ ਉਹਦਾ ਜਿਹੜਾ ਬਜਟ ਹੈਗਾ ਆ ਤੇ ਉਹ ਉੱਥੇ ਹੀ ਪਹੁੰਚ ਜਾਂਦਾ ਆ, ਠੀਕ ਹੈ, 125 ਕਰੋੜ ਦੇ ਨੇੜੇ। ਤੇ ਹੁਣ 125 ਕਰੋੜ ਦੇ ਨੇੜੇ ਜਿਹੜਾ ਬਜਟ ਪਹੁੰਚਦਾ ਆ, ਉਹਦੇ ਵਿੱਚ ਬਹੁਤ ਵੱਡਾ ਘਪਲਾ ਹੈ। ਹਲੇ ਬਾਕੀ ਚੀਜ਼ਾਂ ਤਾਂ ਰਹਿੰਦੀਆਂ ਨੇ, ਦਾਲਾਂ ਦੂਲਾਂ ਉੱਤੇ ਤਾਂ ਘੱਟ ਹੀ ਹਲੇ ਆਵਾਂਗੇ, ਪਹਿਲਾਂ ਤਾਂ ਇੱਥੇ ਹੀ ਆ ਜਾਈਏ, ਠੀਕ ਹੈ ਜੀ। ਹੁਣ ਮੈਂ ਧਾਮੀ ਸਾਹਿਬ ਨੂੰ ਇੱਕ ਚੀਜ਼ ਪੁੱਛਦਾ ਆ, ਹੁਣ ਅੱਜ ਦੇ ਟਾਈਮ ਦੇ ਵਿੱਚ ਜਿੰਨੀ ਕਰਪਸ਼ਨ ਹੋ ਰਹੀ ਹੈ, ਇਹ ਕਿਉਂ ਹੋ ਰਹੀ ਹੈ? ਕਿਉਂਕਿ ਜੇ ਮੈਂ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਸੀ, ਕਿਉਂਕਿ ਇਹਨਾਂ ਦੇ ਬੰਦੇ ਜਿਹੜੇ ਕਹਿੰਦੇ ਕਿ ਧਾਮੀ ਸਾਹਿਬ ਵਿਚਾਰੇ ਕੀ ਕਰਨ, ਬਹੁਤ ਵੱਡਾ ਅਦਾਰਾ ਆ, ਤੇ ਕਿੱਥੇ ਕਿੱਥੇ ਉਹ ਨਜ਼ਰ ਰੱਖਣ, ਕਿੱਥੇ ਕਿੱਥੇ ਉਹ ਧਿਆਨ ਦੇਣ,
ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਤਾਈ ਤਾਂ ਕਰ ਹੀ ਜਾਂਦਾ ਆ। ਜਦੋਂ ਗੁਰਬਚਨ ਸਿੰਘ ਟੌੜਾ ਸਾਹਿਬ 25 ਸਾਲ ਐਸਜੀਪੀਸੀ ਦੇ ਪ੍ਰਧਾਨ ਰਹੇ, ਪ੍ਰਧਾਨਗੀ ਉਹਨਾਂ ਨੇ ਕੀਤੀ, ਉਸ ਸਮੇਂ ਕਿਸੇ ਦੀ ਹਿੰਮਤ ਕਿਉਂ ਨਹੀਂ ਪਈ ਕੋਈ ਕਰਪਸ਼ਨ ਕਰਨ ਦੀ? ਧਾਮੀ ਸਾਹਿਬ ਤੁਹਾਨੂੰ ਪੁੱਛ ਰਿਹਾ ਆ, 25 ਸਾਲ ਰਹੇ ਸੀ, ਉਹਨਾਂ 25 ਸਾਲਾਂ ਦੇ ਵਿੱਚ ਐਸਜੀਪੀਸੀ ਉੱਤੇ ਕੋਈ ਛਿੱਟਾਕਸ਼ੀ ਕਿਉਂ ਨਹੀਂ ਹੋਈ? ਕਿਸੇ ਨੇ ਐਸਜੀਪੀਸੀ ਤੇ ਉਂਗਲ ਕਿਉਂ ਨਹੀਂ ਚੱਕੀ? ਕਿਉਂ ਉਦੋਂ ਘਪਲੇ ਸਾਹਮਣੇ ਨਹੀਂ ਆਏ? ਕਿਉਂਕਿ ਉਹ ਇੱਕ ਸਮਝਦਾਰ ਪ੍ਰਧਾਨ ਸੀ ਜਿਹਨੇ ਉੱਚ ਅਹੁਦਿਆਂ ਤੇ ਚਾਹੇ ਸਕੱਤਰ ਹੋਣ ਚਾਹੇ ਮੈਨੇਜਰ ਹੋਣ ਸਾਫ਼ ਸੁਥਰੇ ਬੰਦੇ ਲਾਏ ਸੀ, ਇਮਾਨਦਾਰ ਬੰਦੇ ਲਾਏ ਸੀ। ਉੱਤੇ ਉਹਨਾਂ ਨੇ ਸਾਫ਼ ਸੁਥਰੇ ਬੰਦੇ ਲਾਏ ਸੀ, ਥੱਲੇ ਵਾਲਿਆਂ ਦੀ ਹਿੰਮਤ ਪੈ ਹੀ ਨਹੀਂ ਸਕਦੀ ਵੀ ਕੋਈ ਵੀ 19-21 ਕਰ ਜਾਂਦਾ। ਜੇ ਕਿਸੇ ਨੇ ਕੀਤੀ ਵੀ ਹੋਗੀ ਬਹੁਤ ਛੋਟੇ ਪੱਧਰ ਤੇ ਕੀਤੀ ਹੋਗੀ, ਕਿਉਂਕਿ ਉੱਤੇ ਵਾਲਿਆਂ ਦੀ ਡਾਂਗ ਉਹਨਾਂ ਨੂੰ ਪਤਾ ਵੀ ਅਸੀਂ ਨੌਕਰੀ ਤੋਂ ਜਾਵਾਂਗੇ। ਪਰ ਜੇ ਤੁਸੀਂ ਪ੍ਰਤਾਪ ਵਰਗੇ ਸਕੱਤਰ ਲਾਤੇ ਤੇ ਮੈਨੇਜਰ ਤੁਸੀਂ ਗੁਰਾਂ ਵਰਗੇ ਲਾਤੇ, ਰਣਜੀਤ ਵਰਗੇ ਲਾਤੇ, ਠੀਕ ਹੈ, ਤੇ ਅਮਲਾ ਇੰਚਾਰਜ ਤੁਸੀਂ ਗੁਰਨਾਮ ਵਰਗੇ ਬਣਾ ਕੇ ਬਿਠਾਤੇ, ਤੇ ਫਿਰ ਤੁਸੀਂ ਆਪ ਹੀ ਸਮਝ ਸਕਦੇ ਹੋ ਥੱਲੇ ਵਾਲਿਆਂ ਦਾ ਕੀ ਹਾਲ ਹੋਊਗਾ। ਫਿਰ ਤੁਸੀਂ ਆਪਣਾ ਪੱਲਾ ਝਾੜਦੇ, ਨਾ ਜੀ ਮੈਂ ਤਾਂ ਬਹੁਤ ਚੰਗਾ, ਠੀਕ ਹੈ, ਹਰਜਿੰਦਰ ਸਿੰਘ ਧਾਮੀ ਨੂੰ ਜੋ ਮਰਜ਼ੀ ਕਹਿ ਲਓ, ਐਸਜੀਪੀਸੀ ਪ੍ਰਧਾਨ ਨੂੰ ਕੁਝ ਨਾ ਕਹੋ, ਉਸ ਅਹੁਦੇ ਤੇ ਛਿੱਟੇ ਨਾ ਚੱਕੋ। ਪਹਿਲਾਂ ਕਿਉਂ ਨਹੀਂ ਪਏ ਉਸ ਅਹੁਦੇ ਦੇ ਛਿੱਟੇ? ਮੱਕੜ ਸਾਹਿਬ ਤੋਂ ਬਾਅਦ ਜਿੰਨੇ ਆਏ ਉਹਨਾਂ ਨੇ ਗੁਨਾਹ ਕੀਤੇ, ਇੱਕ ਤੋਂ ਵੱਧ ਕੇ ਇੱਕ ਕੀਤੇ। ਜ਼ਮੀਨਾਂ ਵੇਚਤੀਆਂ, ਦੁਕਾਨਾਂ ਵੇਚਤੀਆਂ, ਠੀਕ ਹੈ, ਗੁਰੂ ਘਰਾਂ ਦੀਆਂ ਗੋਲਕਾਂ ਖਾ ਗਏ, ਸ਼ਟਰ ਤੱਕ ਲਾ ਕੇ ਤੁਸੀਂ ਵੇਚ ਗਏ, ਲੈਂਪ ਤੱਕ ਖਾ ਗਏ, ਤੁਹਾਨੂੰ ਪਤਾ ਹੀ ਨਹੀਂ, ਹਲੇ ਤੱਕ ਤੁਸੀਂ ਕੱਢ ਕੇ ਨਹੀਂ ਰੱਖੇ ਬਾਹਰ। ਕਿੱਥੇ ਆ ਲੈਂਪ? ਉਹ 20 ਵਾਰ ਪੁੱਛ ਚੁੱਕੇ ਆ। ਤੁਹਾਡੀ ਆਪਣੀ ਜੱਦੀ ਜਾਇਦਾਦ ਆ, ਸੰਗਤ ਨੇ ਚੜਾਇਆ ਤਾਂ ਕੱਢ ਕੇ ਦਰਬਾਰ ਸਾਹਿਬ 'ਚ ਸਜਾਓ ਨਾ। ਰੇਸ਼ਮ ਸਿੰਘ 7 ਕਿਲੋ ਸੋਨਾ ਵੇਚ ਗਿਆ, ਮੂੰਹ ਚੱਕ ਕੇ ਕਹਿਣ ਦੀ ਹਿੰਮਤ ਕਿੱਦਾਂ ਪੈ ਗਈ? 2-4 ਮਹੀਨੇ ਰਹਿੰਦੇ ਨੇ ਰਿਟਾਇਰ ਹੋ ਜਾਣਾ, 7 ਕਿਲੋ ਸੋਨੇ ਦਾ ਕੀ? ਉਹਦੀ ਰਿਟਾਇਰਮੈਂਟ ਦੇਖ ਰਹੇ ਹੋ? ਵੱਡੇ ਪ੍ਰਧਾਨਗੀਆਂ ਸਾਹਮਣੇ ਬੈਠੇ ਹੋ, ਚਿੱਕੜ 'ਚ ਉੱਤੋਂ ਲੈ ਕੇ ਥੱਲੇ ਤੱਕ ਤੁਸੀਂ ਲਿਬੜੇ ਹੋ, ਤਾਂ ਫੇਰ ਤੁਸੀਂ ਚਿੱਟੇ ਕੁੜਤੇ ਪਾ ਕੇ ਸਾਨੂੰ ਦਿਖਾਉਂਦੇ ਹੋ ਕਿ ਤੁਸੀਂ ਬਹੁਤ ਸਾਫ਼ ਸੁਥਰੇ ਹੋ, ਕੌਮ ਦੀ ਬਹੁਤ ਤੁਹਾਨੂੰ ਫਿਕਰ ਹੈ। ਹੱਦ ਹੋ ਗਈ ਆ। ਮਤਲਬ ਇੱਕ ਅੱਧਾ ਬੰਦਾ ਜੇ ਕਰਪਟ ਹੋਵੇ ਫੇਰ ਤਾਂ ਤੁਸੀਂ ਸੋਚ ਲਈਏ ਕਰਪਸ਼ਨ ਦੇ ਤੁਹਾਨੂੰ ਆਏ ਦਿਨ ਚਿੱਠੇ ਖੋਲ ਕੇ ਤੁਹਾਡੇ ਦਿਖਾ ਦੇ, ਤੁਹਾਨੂੰ ਫੇਰ ਵੀ ਸ਼ਰਮ ਨਹੀਂ ਆਉਂਦੀ, ਫੇਰ ਵੀ ਤੁਸੀਂ ਹਿੰਮਤ ਰੱਖਦੇ ਹੋ ਬੁੱਟਰ ਵਰਗੇ ਬੇਵਕੂਫ ਤਲਵੇ ਚੱਟ ਨੂੰ ਲਿਆ ਕੇ ਬਿਠਾ ਕੇ ਚੈਨਲ ਦੇ ਉੱਤੇ ਇੰਟਰਵਿਊ ਕਰਕੇ ਦਿਖਾਣ ਦਿਓ ਸੰਗਤ ਨੂੰ ਵੀ ਸਾਡੀਆਂ ਆਹ ਕਾਰਗੁਜ਼ਾਰੀਆਂ ਨੇ। ਡੁੱਬ ਕੇ ਮਰ ਜਾਓ ਜੋ ਤੁਹਾਡੀਆਂ ਕਾਰਗੁਜ਼ਾਰੀਆਂ ਹੈਗੀਆਂ ਨੇ। ਧਾਰਮਿਕ ਸ਼ਾਸਤਰ ਤੱਕ ਦਾ ਤੁਹਾਡੇ ਤੋਂ ਬੱਚਿਆਂ ਨੂੰ ਪੜਾਇਆ ਨਹੀਂ ਜਾ ਰਿਹਾ ਕਾਲਜਾਂ 'ਚ, ਯੂਨੀਵਰਸਿਟੀਜ਼ 'ਚ। ਹਜੂਰ ਸਾਹਿਬ ਗੈਰ ਸਿੱਖ ਲੱਗ ਗਿਆ ਤਾਂ ਤੁਹਾਨੂੰ ਬੜੀ ਪੀੜ ਹੋਈ। ਆਪਣੇ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਦੇਖ ਲਓ, ਉਹ ਬੀਬਾ ਉਹ ਨਹੀਂ ਗੈਰ ਸਿੱਖ, ਉਹ ਕਿਹਨੇ ਬਿਠਾਈ ਆ? ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ, ਫਿਰ ਦੂਜੇ ਪਾਸੇ ਦੇਖਿਓ ਤੁਹਾਡਾ ਹੀ ਬੇੜਾ ਗਰਕ ਹੋਇਆ ਆ ਸਾਰਿਆਂ ਦਾ। ਜੇ ਸਹੀ ਸਮੇਂ ਤੇ ਆਲ ਇੰਡੀਆ ਗੁਰਦੁਆਰਾ ਐਕਟ ਅਡਾਪਟ ਕਰ ਦਿੰਦੇ ਤਾਂ ਆਹ ਦਿਨ ਅੱਜ ਸਿੱਖ ਕੌਮ ਨੂੰ ਦੇਖਣਾ ਨਾ ਪੈਂਦਾ। ਜੇ ਬਾਦਲਾਂ ਦੇ ਤਲਵੇ ਇਦਾਂ ਨਾ ਚੱਟੇ ਹੁੰਦੇ ਤਾਂ ਆਹ ਦਿਨ ਸਾਨੂੰ ਦੇਖਣਾ ਨਾ ਪੈਂਦਾ। ਫੇਰ ਵੀ ਤੁਸੀਂ ਹਿੰਮਤ ਰੱਖਦੇ ਹੋ ਚਿੱਟੇ ਬਗਲੇ ਬਣ ਕੇ ਆ ਕੇ ਸਾਹਮਣੇ। ਪਰ ਹੁਣ ਪਤਾ ਲੱਗ ਗਿਆ ਆ ਇਹ ਬਗਲੇ ਜਿੰਨੇ ਮਰਜ਼ੀ ਚਿੱਟੇ ਆ ਕੇ ਬੈਠਣ, ਠੀਕ ਹੈ, ਇਹ ਡੱਡੂ ਤੇ ਮੱਛੀਆਂ ਖਾਣੀਆਂ ਨਹੀਂ ਛੱਡ ਸਕਦੇ। ਗੰਦ ਤੇ ਗਾਂਦੀ ਰਹਿਣਗੇ, ਹੰਸ ਨਹੀਂ ਬਣ ਸਕਦੇ। ਤੁਸੀਂ ਬਗਲੇ ਹੀ ਹੋ, ਠੀਕ ਹੈ, ਹੰਸ ਨਹੀਂ ਬਣ ਸਕਦੇ। ਉਸ ਗੁਰੂ ਦੇ ਦਰ ਤੇ ਬਹਿ ਕੇ ਮੋਤੀ ਚੁਗਣ ਦੀ ਤੁਹਾਡੀ ਔਕਾਤ ਨਹੀਂ ਹੈਗੀ। ਹਰਾਮ ਦੀ ਕਮਾਈ ਮੱਛੀਆਂ ਡੱਡੂਆਂ ਹੀ ਵਰਗੀ ਆ ਤੇ ਕੀੜੇ ਹੀ ਪੈਣਗੇ, ਯਾਦ ਰੱਖਿਓ। ਵਾਹਿਗੁਰੂ। ਸੰਗਤ ਜੀ 2019-20 ਦੀ ਗੱਲ ਕਰਦੇ ਆ। ਮਤਲਬ ਉਦੋਂ ਇਹਨਾਂ ਦੇ ਕੋਲ ਤਕਰੀਬਨ ਆਈ ਥਿੰਕ 82 ਗੁਰੂ ਘਰ ਐਸਜੀਪੀਸੀ ਦੇ ਅਧੀਨ ਆਉਂਦੇ ਸੀ, ਕਿਉਂਕਿ 8 ਕੇ 9 ਆਈ ਥਿੰਕ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ, ਉਹਦੇ ਅਧੀਨ ਚਲੇ ਗਏ ਨੇ। ਉਦੋਂ ਇਹਨਾਂ ਗੁਰੂ ਘਰਾਂ ਦਾ ਮਤਲਬ ਲੰਗਰ ਦੀਆਂ ਜਿਹੜੀਆਂ ਖਰੀਦਦਾਰੀ ਹੁੰਦੀ ਸੀ, ਖਰੀਦਦੇ ਸੀਗੇ ਇਹ, ਤਕਰੀਬਨ ਉਹਦਾ ਬਜਟ ਮਤਲਬ 80 ਗੁਰਦੁਆਰੇ ਜਿਹੜੇ 81-82 ਗੁਰਦੁਆਰੇ ਸੀ ਉਹਨਾਂ ਦਾ ਤਕਰੀਬਨ ਬਜਟ 800 ਕਰੋੜ ਦਾ ਸੀਗਾ। ਇਸ ਖਰੀਦਦਾਰੀ ਵਾਸਤੇ ਪ੍ਰਧਾਨ ਸਾਹਿਬ ਵੱਲੋਂ, ਮਤਲਬ ਸਾਡੇ ਪ੍ਰਧਾਨ ਤਾਂ ਇੱਕੋ ਹੀ ਹੈ, ਉਹਨਾਂ ਵੱਲੋਂ, ਠੀਕ ਹੈ ਜੀ, ਇੱਕ ਲੰਗਰ ਕਮੇਟੀ ਮਤਲਬ ਲੰਗਰ ਖਰੀਦ ਕਮੇਟੀ, ਠੀਕ ਹੈ, ਬਣਾਈ ਜਾਂਦੀ ਹੈ ਜੋ ਸਾਰੀ ਖਰੀਦਦਾਰੀ ਕਰਦੀ ਹੈ, ਜਿਸ ਨੇ ਸਰਕਾਰੀ ਅਤੇ ਪ੍ਰਾਈਵੇਟ ਸਾਰੀਆਂ ਕੰਪਨੀਆਂ ਤੋਂ ਕੋਟੇਸ਼ਨਸ ਲੈਣੀਆਂ ਹੁੰਦੀਆਂ ਨੇ। ਅਨਾਜ, ਘੇ, ਲੱਕੜ, ਠੀਕ ਹੈ, ਦਾਲਾਂ, ਹਰ ਚੀਜ਼ ਦੀ ਕੋਟੇਸ਼ਨ ਚੈੱਕ ਕਰਨੀ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਟੈਂਡਰ ਕੰਪਨੀ ਨੂੰ ਦਿੱਤਾ ਜਾਂਦਾ ਹੈ, ਜਿਸ ਦਾ ਹਰ ਟੈਂਡਰ ਕਰੋੜਾਂ ਦੇ ਵਿੱਚ ਹੁੰਦਾ ਆ, ਠੀਕ ਹੈ। ਜੇ ਟੈਂਡਰ ਕਰੋੜਾਂ ਦਾ ਹੈ ਤਾਂ ਫਿਰ ਘਪਲਾ ਵੀ ਕਰੋੜਾਂ ਦਾ ਹੀ ਹੋਵੇਗਾ। ਫਿਰ ਕਿੱਦਾਂ ਹੁੰਦੇ ਨੇ ਇਹ ਘਪਲੇ, ਉਹ ਤੁਹਾਨੂੰ ਹੁਣ ਮੈਂ ਮਤਲਬ ਬੜੇ ਵਧੀਆ ਜਿਹੇ ਤਰੀਕੇ ਨਾਲ ਛੋਟੀ ਜਿਹੀ ਐਗਜ਼ਾਮਪਲ ਦੇ ਨਾਲ ਹੀ ਤੁਹਾਨੂੰ ਸਮਝਾ ਦਿੰਦਾ ਆ। ਸੰਗਤ ਜੀ ਸਿਰਫ ਦੇਸੀ ਘੇ ਦੀ ਹੀ ਜਿਹੜੀ ਖਰੀਦ ਹੈਗੀ ਹੈ ਉਹ ਸਾਲ ਦੇ ਵਿੱਚ 120 ਕਰੋੜ ਦੀ ਕੀਤੀ ਜਾਂਦੀ ਹੈ। ਤਕਰੀਬਨ 20,000 ਕੁਇੰਟਲ ਜਿਹੜਾ ਆ
ਠੀਕ ਹੈ, ਘੱਟੋ ਘੱਟ ਦੇਸੀ ਘੇ ਲਿੱਤਾ ਜਾਂਦਾ ਹੈ, ਪਰ ਇਹ ਕਦੇ ਵੀ ਉਸ ਦਾ ਆਪ ਓਪਨ ਟੈਂਡਰ ਨਹੀਂ ਕਰਦੇ, ਕਿਉਂਕਿ ਤੁਸੀਂ ਜਾਣਦੇ ਹੋ, ਕਿਉਂਕਿ ਸੰਗਤ ਜੀ ਦਿੱਲੀ ਯੂਪੀ ਜਾ ਕੇ ਇਹ ਆਪ ਕੰਪਨੀਆਂ ਨਾਲ ਬਹਿ ਕੇ ਮਤਲਬ ਸਾਂਠ-ਗਾਂਠ ਕਰਕੇ, ਠੀਕ ਹੈ, ਉਹਨਾਂ ਨੂੰ ਆਪ ਹੀ ਟੈਂਡਰ ਦੇ ਆਉਂਦੇ ਨੇ। ਹੁਣ ਇਹਨਾਂ ਨੂੰ ਪੁੱਛਿਆ ਜਾਵੇ ਕਿ ਪੰਜਾਬ ਦੇ ਵਿੱਚ ਕੋਈ ਆੜਤੀਆ ਨਹੀਂ ਆ, ਅਜਿਹਾ ਆੜਤੀਏ ਮੁੱਕ ਗਏ ਨੇ ਜਿਹੜੇ ਕਿ ਦੇਸੀ ਘੀ ਸਪਲਾਈ ਗੁਰੂ ਘਰਾਂ ਨੂੰ ਨਹੀਂ ਕਰ ਸਕਦੇ। ਵੱਡੀਆਂ ਬਹੁਤ ਸਾਰੀਆਂ ਕੰਪਨੀਆਂ ਨੇ, ਕਿਉਂਕਿ ਸਰਕਾਰੀ ਤੇ ਅਰਧ ਸਰਕਾਰੀ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਮਤਲਬ ਮਾਲ ਦੇ ਵਿੱਚ ਕਦੇ ਵੀ ਮਿਲਾਵਟ ਨਹੀਂ ਹੁੰਦੀ, ਉਹਨਾਂ ਦੀ ਕੁਆਲਿਟੀ ਚੈੱਕ ਕੰਟੀਨਿਊ ਹੁੰਦੀ ਹੈ, ਠੀਕ ਹੈ। ਜਿੱਦਾਂ ਵੇਰਕਾ ਹੋ ਗਈ, ਨੈਸਲੇ ਹੋ ਗਈ, ਇੱਦਾਂ ਦੀਆਂ ਜਿਹੜੀਆਂ ਵੀ ਕੰਪਨੀਆਂ ਹੈਗੀਆਂ ਨੇ ਉਹਨਾਂ ਦੀਆਂ ਮਤਲਬ ਕੁਆਲਿਟੀ ਚੈੱਕ ਅਗਰ ਕੀਤਾ ਜਾਵੇ ਤਾਂ, ਕਿਉਂਕਿ ਸਰਕਾਰੀ ਜਾਂ ਅਰਧ ਸਰਕਾਰੀ ਕੰਪਨੀ ਹੈਗੀ ਉਹ ਘਪਲੇਬਾਜ਼ੀ ਮਤਲਬ ਕੁਆਲਿਟੀ ਦੇ ਵਿੱਚ ਉਹ ਗਿਰਾਵਟ ਨਹੀਂ ਆਉਣ ਦਿੰਦੇ ਆ, ਪਰ ਪ੍ਰਾਈਵੇਟ ਕੰਪਨੀ ਉਹਨਾਂ ਦਾ ਤੁਸੀਂ ਕੀ ਭਰੋਸਾ ਕਰ ਲਓਗੇ? ਜਿੱਥੇ ਤੁਸੀਂ ਉਹਨਾਂ ਤੋਂ 20,000 ਕੁਇੰਟਲ ਚੱਕਣਾ ਆ ਤਾਂ ਉਹਨਾਂ ਨੇ ਜੋ ਮਤਲਬ ਤੁਸੀਂ ਅਗਰ ਪਾਸ ਕਰ ਦੇ ਦਿੱਤਾ ਟੈਂਡਰ ਉਹਨਾਂ ਦਾ ਜਾਂ ਉਹਨਾਂ ਤੋਂ ਮਾਲ ਚੱਕ ਵੀ ਲਿਆ, ਇਹਦੀ ਕੀ ਗਰੰਟੀ ਹੈ ਕਿ ਪਹਿਲੇ ਜਿਹੜੇ 50, 100, 200 ਟੀਨ ਆ ਰਹੇ ਨੇ ਉਹ ਬਹੁਤ ਸ਼ੁੱਧ ਕੁਆਲਿਟੀ ਦੇ ਹੋਣਗੇ, ਉਸ ਤੋਂ ਬਾਅਦ ਕੀ ਹੋਊਗਾ? ਤੇ ਨਾਲੇ ਹੁਣ ਤਾਂ ਇਹ ਆਈ ਥਿੰਕ ਯੂਪੀ ਤੋਂ ਚੱਕ ਰਹੇ ਨੇ ਕਿ ਕੀ ਤੁਹਾਡੀ ਗਰੰਟੀ ਹੈ ਕਿ ਯੂਪੀ ਵਾਲੇ ਬਹੁਤ ਵਧੀਆ ਘੀ ਬਣਾਉਣਗੇ? ਪੰਜਾਬ ਤੋਂ ਵਧੀਆ ਦੇਸੀ ਘੀ ਮੱਖਣ ਦਾ ਕਿਤੇ ਮਿਲਦਾ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ, ਹਰਿਆਣੇ ਨਾਲੋਂ ਵਧੀਆ ਕਿਤੇ ਮਿਲਦਾ ਨਹੀਂ ਹੈਗਾ। ਫਿਰ ਵੀ ਅਸੀਂ ਯੂਪੀ ਵੱਲ, ਦਿੱਲੀ ਵਾਲੇ ਜਾਂ ਪੂਨੇ ਵੱਲ ਕਿਉਂ ਭੱਜਦੇ ਆ? ਉਹ ਤੁਹਾਨੂੰ ਦੱਸਦੇ ਆ ਕਿਉਂ ਭੱਜਦੇ ਆ ਅੱਗੇ। ਹੁਣ ਸੰਗਤ ਜੀ ਗੱਲ ਕਰਦੇ ਆ 19-20 ਦੀ ਰਾਸ਼ਨ ਖਰੀਦ ਕਮੇਟੀ। ਉਹਦੇ ਵਿੱਚ ਇਹਨਾਂ ਦਾ ਇੱਕ ਅੰਤਰਿਮ ਕਮੇਟੀ ਦਾ ਮੈਂਬਰ ਸੀਗਾ ਮਿੱਠੂ ਸਿੰਘ। ਕਮੇਟੀ ਮੈਂਬਰ ਨੇ ਮਤਲਬ ਬਹੁਤ ਸਾਰੇ ਖੁਲਾਸੇ ਕੀਤੇ ਨੇ ਇੱਕ ਨਿੱਜੀ ਚੈਨਲ ਦੇ ਉੱਤੇ, ਤੇ ਮੈਂ ਦੇਖ ਰਿਹਾ ਸੀ, ਤੇ ਉਹਨਾਂ ਨੇ ਬੜੀਆਂ ਚੀਜ਼ਾਂ ਸਪਸ਼ਟ ਕੀਤੀਆਂ, ਜੱਗ ਜ਼ਾਹਿਰ ਕੀਤੀਆਂ। ਉਸ ਵੇਲੇ ਸਰਦਾਰ ਰੂਪ ਸਿੰਘ ਜਿਹੜੇ ਸੀ ਉਹ ਮੁੱਖ ਸਕੱਤਰ ਸੀ। ਉਦੋਂ ਪ੍ਰਾਈਵੇਟ ਕੰਪਨੀਆਂ ਤੋਂ ਜੋ ਦੇਸੀ ਘਿਓ ਖਰੀਦਿਆ ਜਾਂਦਾ ਸੀ ਤਾਂ SGPC ਨੂੰ 19 ਕਰੋੜ ਦਾ ਫਾਇਦਾ ਹੋ ਰਿਹਾ ਸੀ। ਮਤਲਬ ਸਮਝ ਸਕਦੇ ਹੋ, ਸਿੱਧਾ ਅਗਰ ਪ੍ਰਾਈਵੇਟ ਕੰਪਨੀ ਤੋਂ ਕਿਸੇ ਤੋਂ ਵੀ ਦੇਸੀ ਘਿਓ ਖਰੀਦਿਆ ਜਾ ਰਿਹਾ ਸੀਗਾ ਉਸ ਵੇਲੇ ਤਾਂ 19 ਕਰੋੜ ਦਾ ਸਿੱਧਾ ਫਾਇਦਾ SGPC ਨੂੰ ਹੋ ਰਿਹਾ ਸੀ। ਪਰ ਇਹਨਾਂ ਨੇ ਕਿਹਾ ਕਿ ਅਸੀਂ ਮਤਲਬ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ, ਇਸ ਲਈ ਅਸੀਂ ਸਰਕਾਰੀ ਜਾਂ ਅਰਧ ਸਰਕਾਰੀ ਕੰਪਨੀ ਦੇ ਕੋਲੋਂ ਹੀ ਦੇਸੀ ਘੀ ਖਰੀਦਣਾ ਆ। ਤਾਂ ਉਦੋਂ ਫਿਰ ਟੈਂਡਰ ਜਿਹੜਾ ਸੀਗਾ ਉਹ ਵੇਰਕਾ ਨੂੰ ਪਹਿਲੀ ਵਾਰ ਦਿੱਤਾ ਗਿਆ ਸੀਗਾ ਤੇ ਵੇਰਕਾ ਦੇ ਕੋਲੋਂ ਹੀ ਦੇਸੀ ਘੀ ਮੰਗਵਾਇਆ ਗਿਆ ਸੀ। ਉਸ ਵੇਲੇ ਸੰਗਤ ਜੀ ਜਿਸ ਦੇਸੀ ਘੀ ਦਾ ਰੇਟ 460 ਰੁਪਏ ਕਿਲੋ ਸੀ ਬਾਜ਼ਾਰ ਦੇ ਵਿੱਚ, ਉਦੋਂ SGPC ਨੂੰ 358 ਰੁਪਏ ਪ੍ਰਤੀ ਕਿਲੋ ਮਤਲਬ ਵੇਰਕਾ ਨੇ ਦਿੱਤਾ ਸੀ। ਹੁਣ ਤੁਸੀਂ ਇਹ ਸਮਝ ਸਕਦੇ ਹੋ ਕਿੱਥੇ ਮਤਲਬ 460 ਰੁਪਏ ਤੇ ਕਿੱਥੇ 358 ਰੁਪਏ। ਤੇ ਮੈਂ ਸਿੰਪਲ ਜਿਹਾ ਸਿੱਧੀ ਜਿਹੀ ਗੱਲ ਹੈ ਵੀ ਕਰੋੜਾਂ ਦਾ ਘਪਲਾ ਸਿੱਧਾ ਸਾਫ਼ ਇੱਥੋਂ ਹੀ ਹੋ ਜਾਂਦਾ ਵੀ ਕਿੱਦਾਂ ਇਹ ਘਪਲਾ ਕਰਦੇ ਹੋਣਗੇ। ਖੈਰ ਮੁਨਾਫਾ ਇੱਥੇ ਵੀ ਹੋਇਆ SGPC ਨੂੰ, ਨੋ ਡਾਊਟ, ਪਰ ਸਰਕਾਰੀ ਕੰਪਨੀ ਕਿਸੇ ਵੀ ਤਰ੍ਹਾਂ ਦਾ ਕਮਿਸ਼ਨ ਨਹੀਂ ਦਿੰਦੀ। ਉੱਥੇ ਇਹਨਾਂ ਦੀ ਜਾਨ ਨਿਕਲਦੀ ਹੈ ਕਿ ਕਮਿਸ਼ਨ ਤੋਂ ਬਿਨਾਂ ਤਾਂ ਇਹਨਾਂ ਦਾ ਚੱਲਦਾ, ਕਿਉਂਕਿ ਸਰਕਾਰੀ ਕੰਪਨੀਆਂ ਸਾਰਾ ਕੁਝ ਬਿਲਿੰਗ ਦੇ ਹਿਸਾਬ ਨਾਲ ਕਰਨਾ, ਪੇਮੈਂਟ ਉੱਦਾਂ ਔਨ ਚੈੱਕ ਆਉਣੀ ਹੈ ਸਿੱਧਾ ਅਕਾਊਂਟ ਦੇ ਕੈਸ਼ ਦਾ, ਉੱਥੇ ਕੁਝ ਹੇਰਾਫੇਰੀ ਹੈ ਨਹੀਂ ਗੀ। ਜਾਂ ਇਹ ਨਹੀਂ ਹੈਗਾ ਵੀ ਤੁਸੀਂ ਸਰਕਾਰੀ ਕੰਪਨੀ ਨੂੰ ਇੱਧਰੋਂ ਵੱਡਾ ਚੈੱਕ ਕੈਸ਼ ਕਰਵਾਤਾ ਤੇ ਉਸ ਤੋਂ ਬਾਅਦ ਜਾ ਕੇ ਸਰਕਾਰੀ ਕੰਪਨੀ ਤੋਂ ਤੁਸੀਂ ਕੈਸ਼ ਲੈ ਲਿਆ, ਠੀਕ ਹੈ। ਸਰਕਾਰੀ ਕੰਪਨੀ ਤੁਹਾਨੂੰ ਪਤਾ ਹੈ ਦਸਤਾਵੇਜ਼ਾਂ ਦੇ ਉੱਤੇ ਚੱਲਦੀ ਹੈ। ਤਾਂ ਫਿਰ ਇਹ ਕਿਉਂ ਸਰਕਾਰੀ ਕੰਪਨੀ ਦੇ ਤਾਂ ਨਹੀਂ ਦਿੰਦੇ? ਕਿਉਂਕਿ ਇਹਨਾਂ ਦੀ ਦਾਲ ਉੱਥੇ ਨਹੀਂ ਗਲਦੀ, ਉੱਥੇ ਇਹ ਕਰਪਸ਼ਨ ਨਹੀਂ ਕਰ ਸਕਦੇ, ਇਸ ਕਰਕੇ ਇਹਨਾਂ ਦੀ ਜਾਨ ਨਿਕਲਦੀ ਹੈ। ਤਾਂ ਇਹ UP MP ਪੂਨੇ ਤੱਕ ਭੱਜਦੇ ਨੇ ਪ੍ਰਾਈਵੇਟ ਕੰਪਨੀਆਂ ਪਿੱਛੋਂ ਕਿ ਅਸੀਂ ਉੱਥੋਂ ਲੈ ਕੇ ਆਈਏ, ਸਾਨੂੰ ਮੋਟਾ ਮਾਲ ਬਚਦਾ ਆ। ਉਹਦੇ ਵਿੱਚ ਕਿੱਦਾਂ ਬਚਦਾ ਹੈ? ਕਿਉਂਕਿ ਪ੍ਰਾਈਵੇਟ ਕੰਪਨੀਆਂ ਇੱਕ ਤਾਂ ਕਮਿਸ਼ਨ ਦਿੰਦੀਆਂ ਨੇ, ਦੂਸਰਾ ਜੇ ਰੇਟ 350 ਰੁਪਏ ਕਿਲੋ ਹੈ ਤਾਂ ਤੁਸੀਂ ਕਹਿ ਦੋ ਵੀ ਯਾਰ ਕੋਈ ਗੱਲ ਨਹੀਂ, ਬਿੱਲ ਤੋਂ 400 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਬਣਾ ਦੇ, ਤਾਂ ਫਿਰ ਓਬਵੀਅਸ ਹੈ ਉਹਨਾਂ ਤੋਂ ਕਮਿਸ਼ਨ ਜਿਹੜਾ ਬਣਨਾ ਤੇ ਉਧਰੋਂ SGPC ਦਾ ਪੈਸਾ 400 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਕੰਪਨੀ ਦੇ ਖਾਤੇ ਦੇ ਵਿੱਚ ਟਰਾਂਸਫਰ, ਤੇ ਉਸ ਤੋਂ ਉਧਰੋਂ ਵੀ ਪੈਸੇ ਲੈ ਕੇ ਕੈਸ਼ ਚੱਕ ਕੇ ਆਰਾਮ ਦੇ ਨਾਲ। ਹੁਣ ਤੁਸੀਂ ਸਿੰਪਲ ਅੰਦਾਜ਼ਾ ਇਹ ਲਾ ਸਕਦੇ ਹੋ ਵੀ ਅਗਰ ਮਤਲਬ 120 ਕਰੋੜ ਦੀ ਤਾਂ ਇਹ ਗੱਲ ਹੈ, 120 ਕਰੋੜ ਦਾ ਸਾਲ ਦੇ ਵਿੱਚ ਦੇਸੀ ਘੀ ਆਉਂਦਾ, ਤੁਸੀਂ 100 ਕਰੋੜ ਲਾ ਕੇ ਚੱਲੋ। 100 ਕਰੋੜ ਦਾ ਅਗਰ ਦੇਸੀ ਘੀ ਆ ਰਿਹਾ ਹੈ ਤੇ ਅਗਰ 1 ਰੁਪਈਆ ਵੀ ਮਤਲਬ 350 ਰੁਪਏ ਕਿਲੋ ਹੈਗਾ ਤੇ ਅਸੀਂ ਅਗਰ 5 ਰੁਪਏ 20 ਕਿਲੋ ਪਿੱਛੇ ਵਧਾ ਦਿੰਨੇ ਆ ਤਾਂ ਸਿੱਧਾ 5 ਕਰੋੜ ਬਚ ਗਿਆ। ਸਮਝ ਸਕਦੇ ਹੋ? ਉਦਾਂ ਹੀ ਦੇਸੀ ਘੀ ਦੇ ਵਿੱਚ ਜੇ 5 ਜਾਂ 7 ਰੁਪਏ ਜਾਂ 10 ਰੁਪਏ 15 ਰੁਪਏ ਜਿੰਨੇ ਰੁਪਏ ਤੁਸੀਂ ਵਧਾਓਗੇ ਕਿਲੋ ਪਿੱਛੇ, ਓਨੇ ਕਰੋੜ ਰੁਪਈਆ ਤੁਹਾਡੇ ਜੇਬ 'ਚ ਆਊਗਾ। ਮਤਲਬ ਕਾਲਾ ਪੈਸਾ ਗੁਰੂ ਘਰ ਦਾ ਤੁਸੀਂ ਲੁੱਟ ਕੇ ਖਾਓਗੇ। ਇਸ ਕਰਕੇ ਅੱਜ ਤੱਕ ਹੁਣ ਵੀ UP ਤੋਂ ਆ ਰਿਹਾ ਆ, ਬਰੇਲੀ ਤੋਂ ਦੇਸੀ ਘੀ ਪ੍ਰਾਈਵੇਟ ਕੰਪਨੀ ਤੋਂ ਦੇ, ਮਤਲਬ ਇਹ ਸਰਕਾਰੀ ਕੰਪਨੀ ਵੱਲ ਨੂੰ ਮੂੰਹ ਹੀ ਨਹੀਂ ਕਰਦੇ। ਕਰੋੜਾਂ ਰੁਪਈਆ ਅੱਜ ਵੀ ਇਹ ਸਿਰਫ ਦੇਸੀ ਘੀ ਦੇ ਵਿੱਚੋਂ ਖਾ ਰਹੇ ਨੇ। ਅਗਲੇ ਐਪੀਸੋਡ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਦਾਲਾਂ ਦੇ ਵਿੱਚ, ਲੱਕੜ ਦੇ ਵਿੱਚ, ਹੋਰ ਸਮਾਨ ਦੇ ਵਿੱਚ ਇਹ ਕੀ ਖਾਂਦੇ ਨੇ ਤੇ ਕਿੱਦਾਂ ਖਾਂਦੇ ਨੇ। ਇਹਨਾਂ ਨੂੰ ਐਕਚੁਅਲੀ ਗੋਗੜਾ ਕੱਢ ਕੇ ਦੇਗਾਂ ਖਾ ਕੇ ਤੇ ਸਿਰਫ ਗੋਗੜਾ ਦੇ ਹੱਥ ਫੇਰਨ ਦੀ ਆਦਤ ਪੈ ਗਈ ਹੈ। ਜੇ ਕੱਲ ਨੂੰ ਕੋਈ ਭੀੜ ਪੈ ਜਾਏ ਨਾ ਕੌਮ ਤੇ, ਇਹਨਾਂ ਦੇ ਵਿੱਚੋਂ ਅੱਧਿਆਂ ਤੋਂ 400 ਮੀਟਰ ਭੱਜਿਆ ਨਾ ਜਾਵੇ, ਜੋ ਇਹਨਾਂ ਦੇ ਹਾਲਾਤ ਨੇ।
ਸਾਂਭ ਕੇ ਬੈਠੇ ਨੇ ਇਹ ਅਹੁਦੇ ਗੁਰੂ ਘਰਾਂ ਦੇ 20 40 ਸਾਲਾਂ ਤੋਂ। ਕੋਈ ਇਹਨਾਂ ਦੀ ਸਮੇਂ ਸੀਮਾ ਨਹੀਂ, ਇਹ ਕਿਹੜਾ ਕਦੋਂ ਸੇਵਾ ਮੁਕਤ ਕਰਨਾ। ਜਿਹੜਾ ਜਿੰਨਾ ਕਰਪਟ ਆ ਉਹਨਾਂ ਲੰਬਾ ਸਭ ਬਿਠਾ ਕੇ ਰੱਖੋ, ਚਾਹੇ ਉਹ 75 ਸਾਲ ਦਾ 80 ਸਾਲ ਦਾ ਬੁੱਢੜਾ ਕਿਉਂ ਨਾ ਹੋ ਜਾਵੇ। ਨਾ ਜੀ ਅਸੀਂ ਬਾਹਰ ਨਹੀਂ ਜਾਣ ਦੇਣਾ, ਅਸੀਂ ਤਾਂ ਬਿਠਾ ਕੇ ਰੱਖਣਾ ਬਾਬਾ। ਫਿਰ ਜਦੋਂ ਉਹਨਾਂ ਨੂੰ ਕੱਢਣਾ ਵੀ ਆ ਤਾਂ ਕੋਈ ਭਾਂਡਾ ਉਹਦੇ ਸਿਰ ਤੇ ਭੰਨ ਕੇ, ਜਿਹੜਾ ਕਿਸੇ ਪਾਸੇ ਨਾ ਹੋਊਗਾ ਭੰਨ ਦੇਣਾ, ਵੀ ਉਹ ਵੀ ਦੱਸ ਕੇ ਭੰਨਣਾ ਵੀ ਤੇਰੇ ਤੇ ਆਹ ਕਰਨ ਲੱਗੇ ਆ, ਵੀ ਕੋਈ ਗੱਲ ਨਹੀਂ ਚੀਕਾਂ ਨਾ ਮਾਰੀ, ਠੀਕ ਹੈ ਆ ਇੰਨਾ ਕੀ ਪੈਸਾ ਤੈਨੂੰ ਪਹੁੰਚ ਜਾਊਗਾ। ਉਹ ਵਿਚਾਰੇ ਬਹਿ ਜਾਂਦੇ ਨੇ ਵੀ ਕੋਈ ਗੱਲ ਨਹੀਂ, ਹੁਣ ਰਿਟਾਇਰਮੈਂਟ ਹੋ ਗਈ, ਇੰਨਾ ਹੋ ਗਿਆ, ਰਿਟਾਇਰਮੈਂਟ ਦਾ ਪੈਸਾ ਲੈਦਾ ਆ ਜਾਣਾ ਆ। ਉੱਤੋਂ ਚੱਲ ਇੱਕ ਭਾਂਡਾ ਹੀ ਬਣਾਇਆ, ਕਿਹੜਾ ਸਾਨੂੰ ਆਏ ਘਰੇ ਕਿਸੇ ਨੇ ਕੁਝ ਕਹਿ ਦੇਣਾ, ਥੋੜੀ ਜਿਹੀ ਬਦਨਾਮੀ ਹੈ, ਚੱਲ 4 ਪੈਸੇ ਤਾਂ ਆ ਹੀ ਰਹੇ ਨੇ। ਇਹ ਇਹਨਾਂ ਦੀਆਂ ਸਕੀਮਾਂ ਨੇ, ਇਹ ਇਹਨਾਂ ਦੀਆਂ ਕਰਤੂਤਾਂ ਨੇ, ਉਸ ਤੋਂ ਇਲਾਵਾ ਇਹ ਹੋਰ ਕੁਝ ਨਹੀਂ ਕਰ ਸਕਦੇ। ਖੈਰ ਇਸ ਦੀ ਨਾਲ ਜਿਹੜੀ ਕਮਾਈ ਹੈ ਜੀ ਉਹ ਥੱਲੇ ਵਾਲੇ ਕਦੇ ਵੀ ਨਹੀਂ ਖਾ ਸਕਦੇ ਇਕੱਲੇ, ਕਿਉਂਕਿ ਇਹ ਕਰੋੜਾਂ ਦੇ ਵਿੱਚ ਮਤਲਬ 2 ਨੰਬਰ ਦਾ ਪੈਸਾ ਜਿਹੜਾ ਇਹਨਾਂ ਦੇ ਕੋਲ ਬਚਦਾ ਆ ਉਹ ਫਿਰ ਸਕੱਤਰਾਂ, ਪ੍ਰਧਾਨਾਂ, ਮੈਨੇਜਰਾਂ ਤੱਕ ਉੱਤੇ ਤੱਕ ਜਾਂਦਾ ਹੈ। ਮਤਲਬ ਸਾਰਿਆਂ ਨੂੰ ਪਤਾ ਹੁੰਦਾ ਹੈ ਕਿੱਥੋਂ ਕਿੰਨਾ ਪੈਸਾ ਬਣਿਆ ਤੇ ਕਿੱਥੋਂ ਕਿੰਨਾ ਆਇਆ। ਇਹ ਤਾਂ ਮੈਂ ਤੁਹਾਨੂੰ ਅੱਜ ਇੱਕ ਚੀਜ਼ ਦੱਸੀ ਹੈ। ਤੇ ਕੱਲ ਸੰਗਤ ਜੀ ਮੈਂ ਤੁਹਾਨੂੰ ਇੱਕ ਵਾਅਦਾ ਕੀਤਾ ਸੀ ਵੀ ਸਾਡੀ ਕੌਮ ਦੇ ਵਿੱਚ ਜਦੋਂ ਤੱਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੀ ਉਦੋਂ ਤੱਕ ਕੌਮ ਦੇ ਵਿੱਚ ਇੰਨੇ ਪਾੜ ਨਹੀਂ ਸੀ ਪਏ ਹੋਏ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅਜਿਹਾ ਕੀ ਵਾਪਰਿਆ ਵੀ ਕੌਮ ਲੀਰੋ ਲੀਰ ਕਰ ਦਿੱਤੀ ਗਈ। ਉਹ ਲੀਰੋ ਲੀਰ ਕਿਹਨੇ ਕੀਤੀ, ਕਿਉਂ ਕੀਤੀ, ਕਦੋਂ ਕੀਤੀ? ਉਸ ਵੇਲੇ ਜਿਹੜੇ ਵਿਅਕਤੀ ਮਤਲਬ ਕੌਮ ਨੂੰ ਲੀਰੋ ਲੀਰ ਕਰਨ ਦੇ ਵਿੱਚ ਸਭ ਤੋਂ ਅੱਗੇ ਸੀ, ਉਹਨਾਂ ਦੇ ਨਾਲ ਜਿਹੜੇ ਵਿਅਕਤੀ ਸੀ ਉਹਨਾਂ ਨੇ ਮੈਨੂੰ ਸੰਪਰਕ ਕੀਤਾ। ਖੈਰ ਅੱਜ ਉਹਨਾਂ ਦੀ ਸਿਰਫ ਰਿਕਾਰਡਿੰਗ ਸੁਣਾ ਰਿਹਾ ਹਾਂ ਤੇ ਬਹੁਤ ਜਲਦ ਉਹ ਸ਼ਾਇਦ ਹੋਣਗੇ ਵੀ ਸਾਡੇ ਨਾਲ ਤੇ ਉਹ ਤੁਹਾਨੂੰ ਸੰਖੇਪ 'ਚ ਜ਼ਰੂਰ ਦੱਸਣਗੇ। ਪਰ ਮੈਂ ਕੱਲ ਨੂੰ ਜਿਹੜੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਮੈਂ ਕਿਹਾ ਮੈਂ ਪਹਿਲਾਂ ਅਗਰ ਬੋਲ ਦਿੰਦਾ ਤਾਂ ਬੜੇ ਜਣਿਆਂ ਨੂੰ ਸਵਾਲ ਉੱਠਣੇ ਸੀ, ਸੈਣੀ ਆਪਣੇ ਵੱਲੋਂ ਹੀ ਬੋਲੀ ਜਾਂਦਾ ਹੈ। ਤਾਂ ਮੈਂ ਬੇਨਤੀ ਕਰਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਿਰਫ ਓਨੀ ਕੀ ਚੀਜ਼ ਮੈਨੂੰ 2 ਮਿੰਟ ਦੀ ਰਿਕਾਰਡ ਕਰਕੇ ਮੈਨੂੰ ਦੱਸ ਦਿਓ ਵੀ ਆਖਿਰ ਕੌਮ ਨੂੰ ਮਤਲਬ ਲੀਰੋ ਲੀਰ ਕਿਹਨੇ ਕੀਤਾ ਸੰਤਾਂ ਦੀ ਸ਼ਹਾਦਤ ਤੋਂ ਬਾਅਦ। ਤਾਂ ਉਹ ਰਿਕਾਰਡਿੰਗ ਤੁਹਾਨੂੰ ਮੈਂ ਜ਼ਰੂਰ ਸੁਣਾਊਂਗਾ ਤੇ ਫਿਰ ਬਾਕੀ ਦੀਆਂ ਗੱਲਾਂ ਆਪਾਂ ਬਾਅਦ ਦੇ ਵਿੱਚ ਕਰਦੇ ਹਾਂ, ਕਿਉਂਕਿ ਬਹੁਤ ਜ਼ਰੂਰੀ ਹੈ ਸਾਨੂੰ ਇਹ ਸਮਝਣਾ, ਇਹ ਸਾਨੂੰ ਜਾਣਨਾ ਵੀ ਆਖਿਰ ਸਾਡੇ ਨਾਲ ਉਦੋਂ ਹੋਇਆ ਕੀ। ਪੰਥ ਦੀ ਵੰਡ ਕਿਸ ਤਰ੍ਹਾਂ ਹੁੰਦੀ ਆ, ਨੋਟ ਕਰਿਓ ਮਾੜਾ ਜਿਹਾ ਜੀ। ਬਾਬਾ ਠਾਕਰ ਸਿੰਘ ਜੀ ਮਹਿਤੇ ਵਾਲੇ ਚੜ੍ਹਾਈ ਕਰ ਗਏ, ਸ਼੍ਰੋਮਣੀ ਕਮੇਟੀ ਦੇ ਮੀਟਿੰਗ ਜਥੇਦਾਰ ਕਾਲ ਤਖਤ ਵਿਦੰਤੀ, ਸ਼੍ਰੋਮਣੀ ਅਕਾਲੀ ਦਲ ਦੇ ਉੱਚ ਪਦਕ ਲੀਡਰ 3 ਪੱਗਾਂ ਲੈ ਕੇ ਜਾਂਦੇ ਆ, 3 ਪੱਗਾਂ। ਸ਼੍ਰੋਮਣੀ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਤੇ ਜਥੇਦਾਰ ਕਾਲ ਤਖਤ ਜੋਗਿੰਦਰ ਸਿੰਘ ਵਿਦੰਤੀ, ਮੁੱਖ ਕੌਮ ਦਾ ਮੁੱਖ ਸਰਗਨਾ ਜੀ। 3 ਪੱਗਾਂ ਲੈ ਕੇ ਜਾਂਦੇ। ਦੇਖੋ ਫੁੱਟ ਕਿੱਥੇ ਪਾਉਂਦੇ ਆ। ਪਹਿਲੀ ਪੱਗ ਇਹਨਾਂ ਮਹਿਤੇ ਜਾ ਕੇ ਤੇ ਹਰਨਾਮ ਸਿੰਘ ਧੁੰਮੇ ਨੂੰ ਦਿੱਤੀ ਆ, ਠੀਕ ਹੈ ਜੀ। ਇਹ ਤੂੰ ਟਕਸਾਲ ਦਾ ਮੁਖੀ, ਠੀਕ ਹੈ ਜੀ। ਦੂਜੀ ਪੱਗ ਜਾ ਕੇ ਸਰਾਵਾਂ ਗੁਰਦਾਸਪੁਰ ਚ ਬਾਬਾ ਰਾਮ ਸਿੰਘ ਭੂਰਿਆਂ ਵਾਲੇ ਨੂੰ ਦਿੱਤੀ ਆ ਵੀ ਤੂੰ ਟਕਸਾਲ ਦਾ ਮੁਖੀ ਆ ਜੀ। ਤੀਜੀ ਪੱਗ ਜਾ ਕੇ ਅਮਰੀਕ ਸਿੰਘ ਅਜਨਾਲੇ ਨੂੰ ਦਿੰਦੇ ਜਾ ਕੇ ਵੀ ਤੂੰ ਟਕਸਾਲ ਦਾ ਮੁਖੀ। 3 ਥਾਵਾਂ ਤੇ ਵੰਡਤੀ ਟਕਸਾਲ ਜੀ। ਫਿਰ ਅੱਗੋਂ ਆ ਗਏ ਬਾਬਾ ਆਪਣੇ ਨਾਮਧਾਰੀ ਸਿੰਘ ਜਿਹੜੇ ਆ, ਇਹਨਾਂ ਦਾ ਜਿਹੜਾ ਬਜ਼ੁਰਗ ਡੇਰਾ ਸੀ ਉਹ ਪੂਰਾ ਗਿਆ। ਮੈਂ ਸਤਿਗੁਰ ਤੇ ਨਹੀਂ ਕਹਾਂਗਾ ਕਿਉਂਕਿ ਮੇਰਾ ਤਾਂ ਸਤਿਗੁਰ ਗੁਰੂ ਗ੍ਰੰਥ ਸਾਹਿਬ ਹੀ ਜੀ। ਤੇ ਇਹਨਾਂ ਦਾ ਨਾਮਧਾਰੀ ਗੁਰਮੁਖ ਸਿੱਖਾਂ ਦਾ ਜਿਹੜਾ ਸੀ ਇਹ ਵਡੇਰਾ ਬਜ਼ੁਰਗ ਪੂਰਾ ਹੋ ਗਿਆ, ਠੀਕ ਹੈ। ਇੱਥੇ 2 ਪੱਗਾਂ ਲੈ ਕੇ ਗਏ ਆ, ਓਕੇ। ਇੱਕ ਠਾਕਰ ਦਲੀਪ ਸਿੰਘ ਨੂੰ ਦੇਤੀ ਆ ਤੇ ਦੂਜੀ ਠਾਕਰ ਉਹਦੇ ਸਿੰਘ ਨੂੰ ਦੇਤੀ ਆ। ਪਾੜ ਪਾਤਾ ਦੋਵਾਂ ਦੇ ਵਿੱਚ, ਠੀਕ ਹੈ ਜੀ। ਉੱਥੇ ਵੀ ਜਥੇਦਾਰ ਕਾਲ ਤਖਤ ਚ ਗਿਆ ਤੇ ਇਹਨਾਂ ਦੇ ਉੱਚ ਅਧਿਕਾਰੀ ਗਏ ਸ਼੍ਰੋਮਣੀ ਕਮੇਟੀ ਦੇ ਵੀ ਅਕਾਲੀ ਦਲ ਦੇ। ਉੱਥੇ ਦੇ ਬਾਦਲ ਸਾਹਿਬ ਖੁਦ ਆ ਪਹੁੰਚੇ ਆ ਨਾ, ਕਿਉਂਕਿ ਉਹਨੂੰ ਸਤਿਗੁਰੂ ਮੰਨਦੇ ਸੀ, ਓਕੇ। ਦੱਸੋ ਕਿਹੜੇ ਪਾਸੇ ਕੌਮ ਪ੍ਰਸਤ ਨੇ, ਕਿਹੜੇ ਪਾਸੇ ਕੌਮ ਪ੍ਰਸਤ ਨੇ? ਮੈਂ ਤੇਰਾ ਮੇਰੇ ਸਭ ਜਿੱਦਣ ਮੈਂ ਬੈਠਾ ਸੀ ਬਿਸ਼ੱਕ ਦੀ ਲਾਈਵ ਸਾਹਮਣੇ ਕਰਾ ਲਿਆ ਜੇ, ਮੇਰੇ ਨਾਲ ਸਵਾਲ ਜਵਾਬ ਕਰ ਲੈਣ, ਮੈਂ ਸਵਾਲ ਜਵਾਬ ਵੀ ਕਰਾਂਗਾ ਇਹਨਾਂ ਨਾਲ, ਠੀਕ ਹੈ ਜੀ। ਠੀਕ ਹੈ, ਚੜ੍ਹਦੀ ਗੱਲ। ਮਨ ਭਰਿਆ ਪਿਆ। ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਦਾ ਨਾਮ ਚੇਤੇ ਕਰਕੇ ਰੱਖਿਆ, ਜਿਹੜੇ 3 ਪੱਗਾਂ ਲੈ ਕੇ ਗਏ ਸੀ, ਕੌਣ ਸੀ? ਚੰਦੂ ਮਾਜਰੇ ਦਾ ਮੈਨੂੰ ਪੱਕਾ ਪਤਾ ਹੈ ਨਾ ਵੀ ਇਹ ਗਿਆ ਸੀ। ਖੈਰ ਸੰਗਤ ਜੀ ਪਤਾ ਲੱਗ ਹੀ ਗਿਆ ਤੁਹਾਨੂੰ, ਠੀਕ ਹੈ। ਵੇਦਾਂਤੀ ਕੌਮ ਦੇ ਮੇਨ ਸਰਗਨਾ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਕੌਮ ਜਿਹਨਾਂ ਨੇ ਸਾਂਭਣੀ ਸੀ ਉਸ ਵੇਲੇ, ਠੀਕ ਹੈ, ਉਹ ਅਕਾਲੀ ਲੀਡਰਸ਼ਿਪ ਕਿੱਦਾਂ ਉਸ ਤੋਂ ਬਾਅਦ ਪੱਗਾਂ ਲੈ ਕੇ ਅਲੱਗ-ਅਲੱਗ ਜਾਣਿਆਂ ਕੋਲ ਜਾ ਕੇ ਉਹਨਾਂ ਨੂੰ ਪੱਗਾਂ ਦਿੱਤੀਆਂ, ਠੀਕ ਹੈ। ਮੈਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ, ਪਰ ਇਹ ਇਨਸਾਨ ਆਈ ਵਿਟਨੈਸ ਨੇ ਉਸ ਚੀਜ਼ ਦੇ, ਗੱਡੀ ਦੇ ਵਿੱਚ ਇਹ ਨਾਲ ਸੀ ਉਹਨਾਂ ਦੇ, ਹੋਰ ਕੁਛ, ਠੀਕ ਹੈ ਜੀ। ਹੁਣ ਸਾਡੀ ਕੌਮ ਦਾ ਜਿਹਨਾਂ ਨੇ ਇਸ ਤਰੀਕੇ ਨਾਲ ਬੇੜਾ ਬਿਠਾਇਆ ਹੋਵੇ, ਕੌਮ ਨੂੰ ਮਤਲਬ
ਪਹਿਲਾਂ ਕਹਿ ਕੇ ਆਪ ਨੂੰ ਹੁਣ ਨਰਕਧਾਰੀ ਕਾਂਡ ਕੋਈ ਨਹੀਂ ਭੁੱਲ ਸਕਦਾ, ਉਹਨਾਂ ਨੂੰ ਤਾਂ ਵੈਸੇ ਹੀ ਕੌਮ ਮੱਥਾ ਨਹੀਂ ਲਾਉਂਦੀ। ਠੀਕ ਹੈ, ਹੁਣ ਨਾਮਧਾਰੀਆਂ ਦੇ ਵਿੱਚ ਵੀ ਪਾੜ ਮਤਲਬ ਕਿਤੇ ਨਾ ਕਿਤੇ ਜਿਹੜਾ ਪਾਇਆ ਇਹਨਾਂ ਨੇ ਆਪ ਹੀ ਪੱਗਾਂ ਤੋਂ ਵੰਡ ਕੇ ਤੇ ਦੋਨੋਂ ਭਰਾ ਅਲੱਗ-ਅਲੱਗ ਕਰਵਾਤੇ। ਠੀਕ ਹੈ, ਟਕਸਾਲ ਸਾਡੀ ਉਹ ਪਾੜਤੀ। ਫਿਰ ਤੁਸੀਂ ਕਿਹੜਾ ਨੂੰ ਪੰਥਕ ਕਹਿੰਦੇ ਹੋ? ਕਿਹੜਾ ਤੋਂ ਅਸੀਂ ਪੰਥਕ ਹੋਣ ਦੀ ਆਸ ਰੱਖ ਸਕਦੇ ਹਾਂ? 20 ਸਵਾਲ ਮੈਂ ਧਾਮੀ ਤੋਂ ਪੁੱਛਦਾ ਆ, ਧਾਮੀ ਸਾਹਿਬ ਨੇ ਅੱਜ ਤੱਕ ਜਵਾਬ ਦਿੱਤਾ। ਪੌਂਟਾ ਸਾਹਿਬ ਦਾ ਮੈਂ ਪੁੱਛਿਆ ਆ ਵੀ 1964 ਤੋਂ ਲੈ ਕੇ ਹੁਣ ਤੱਕ ਦਾ ਆਡਿਟ ਕਿਉਂ ਨਹੀਂ ਕੀਤਾ, ਇੰਨਾ ਕੁਛ ਉੱਥੋਂ ਚੋਰੀ ਹੋਇਆ, ਮਤਲਬ ਡੰਗਰ ਤੱਕ ਉੱਥੋਂ ਗਾਇਬ ਕੀਤੇ ਗਏ, ਕਿਹਨੇ ਕੀਤੇ? ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ। ਮੈਨੇਜਰ ਇਹਨਾਂ ਦੇ ਕਰਪਟ ਜਿੰਨੇ ਹੈਗੇ ਨੇ, 20 ਇਹਨਾਂ ਦੇ ਮੈਂ ਮਤਲਬ ਪੋਤੜੇ ਫੋਲ ਦਿੱਤੇ ਆ, 20 ਇਹਨਾਂ ਦੀ ਕਰਪਸ਼ਨ ਸਾਹਮਣੇ ਕੱਢ ਦਿੱਤੀ ਆ, ਉਹਨਾਂ ਦੇ ਉੱਤੇ ਜਵਾਬ ਦੇਣ ਦੀ ਹਿੰਮਤ ਨਹੀਂ ਹੈਗੀ ਕਿਸੇ ਦੇ ਉੱਤੇ ਵੀ ਕਿ ਇਹ ਲੇਜ਼ਰਾਂ ਲੈ ਕੇ ਬੈਠਣ। ਠੀਕ ਹੈ, ਇਹ ਮੈਨੇਜਰਾਂ ਦੀ ਐਕਸਪਲੇਨੇਸ਼ਨ ਦੇਣ, ਇਹ ਰਣਜੀਤ ਵਰਗੇ ਦੀ ਐਕਸਪਲੇਨੇਸ਼ਨ ਦੇਣ, ਨਾ ਨਹੀਂ ਦੇ ਸਕਦੇ। ਕਿਉਂ? ਕਿਉਂਕਿ ਇਹਨਾਂ ਨੂੰ ਪਤਾ ਸਾਡਾ ਸਾਰਾ, ਅਸੀਂ ਇਸ ਮਾਮ 'ਚ ਸਾਰੇ ਨੰਗੇ ਆ। ਅਸੀਂ ਇੱਕ ਦੇ ਪੋਤੜੇ ਸਾਹਮਣੇ ਬਿਠਾ ਕੇ ਫੋਲਤੇ ਤਾਂ ਫਿਰ ਉਹਨਾਂ ਨੇ ਸਾਡੇ ਫੋਲ ਦੇਣੇ ਆ। ਠੀਕ ਹੈ, ਉਹ ਖੇਡ ਜਦੋਂ SGPC ਦੇ ਵਿੱਚ ਸ਼ੁਰੂ ਹੋ ਗਈ, ਅਸੀਂ ਸਾਰੇ ਨੰਗੇ ਹੋ ਜਾਣੇ ਆ। ਪਰ ਨੰਗੇ ਤਾਂ ਉੱਦਾਂ ਵੀ ਹੋ ਰਹੇ ਆ। ਜਵਾਬ ਜਿਹੜੀ ਚੀਜ਼ ਦੇ ਦੇਣੇ ਬਣਦੇ ਨੇ ਉਹਦੇ ਦਿਓ। ਠੀਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਤੁਸੀਂ ਹੋ, ਸੈਣੀ ਨਹੀਂ ਹੈਗਾ ਜਿਹਨੂੰ ਤੁਸੀਂ ਚੈਲੰਜ ਕਰੀ ਜਾਂਦੇ ਹੋ। ਮੈਂ ਤੁਹਾਨੂੰ ਅਗਰ ਕੁਝ ਕਹਿ ਰਿਹਾ, ਤੁਸੀਂ ਉਸ ਅਹੁਦੇ ਤੇ ਹੋ ਬੈਠੇ ਹੋਏ ਤਾਂ ਕਹਿ ਰਹੇ ਹਾਂ, ਅਸੀਂ ਸੰਗਤ ਕਹਿ ਰਹੀ ਹੈ ਤਾਂ ਕਹਿ ਰਹੀ ਹੈ, ਸਵਾਲ ਤਾਂ ਪੁੱਛ ਰਹੀ ਹੈ, ਤੁਸੀਂ ਉੱਥੇ ਅਹੁਦੇ ਸਾਹਮਣੇ ਬੈਠੇ ਹੋ। ਜੇ ਉਹਨਾਂ ਅਹੁਦਿਆਂ ਦੇ ਉੱਤੇ ਸੰਗਤ ਹੁੰਦੀ ਜਾਂ ਮੈਂ ਹੁੰਦਾ, ਫਿਰ ਤੁਸੀਂ ਸਵਾਲ ਮੈਨੂੰ ਪੁੱਛ ਸਕਦੇ ਸੀ, ਮੈਂ ਜਵਾਬ ਦਿੰਦਾ। ਪਰ ਤੁਹਾਡੇ ਬੇਤੁਕੇ ਸਵਾਲ ਨੇ ਜਿਹੜੇ ਮੇਰੇ ਤੋਂ ਪੁੱਛਦੇ ਹੋ। ਇੱਕ ਬੰਦਾ ਆਪਣਾ ਕਰਪਟ ਲਿਆ ਕੇ ਸਾਹਮਣੇ ਖੜਾ ਕਰ ਦਿੰਦੇ ਵੀ ਲੈ ਭਾਈ ਤੇਰੇ ਤੇ ਸੈਣੀ ਨੇ ਇਲਜ਼ਾਮ ਲਾਇਆ, ਤੂੰ ਆਪਣੀ ਸਫਾਈ ਦੇ ਲੈ ਤੇਰੇ ਤੇ ਲਾ ਤੇ ਤੂੰ ਆਪਣੀ ਦੇ ਲਾ। ਹੁਣ ਆਪਣੀ ਕਿਉਂ? SGPC ਦੀ ਸਫਾਈ ਕੌਣ ਦਊਗਾ? ਜੋ ਗੰਦ ਪਾਇਆ ਤੁਸੀਂ ਉੱਥੇ, ਜੋ ਲੁੱਟ ਖੋ ਤੁਸੀਂ ਉੱਥੇ ਕਰ ਰਹੇ ਹੋ, ਜੋ ਧੀਆਂ ਭੈਣਾਂ ਦਾ ਉੱਥੇ ਕਰ ਰਹੇ ਹੋ, ਜੋ ਸਰਾਹਾਂ ਵਿੱਚ ਹੋ ਰਿਹਾ ਹੈ, ਸਰਾਹਾਂ ਘਾਟੇ 'ਚ ਕਿੱਦਾਂ ਚਲੇ ਗਈ? ਤੁਹਾਡੇ ਕੋਲ ਜਵਾਬ ਨਹੀਂ ਹੈ। ਸੈਕਸ਼ਨ 85 ਦਾ ਜਿਹੜਾ 77 ਲਾਇਆ ਕਰਪਟ 1 ਕਰੋੜ ਦਾ ਉੱਤੇ ਵੀ ਚੱਲ ਰਿਹਾ ਹੈ, ਜਾਂਚ ਚੱਲ ਰਹੀ ਹੈ ਉਹਦੀ, ਤੇ ਉਹਨੂੰ ਹੀ ਚੱਕ ਕੇ ਸੈਕਸ਼ਨ 85 ਦਾ ਤੁਸੀਂ ਉਹ ਲਾਤਾ 77। ਉਹਦੇ ਥੱਲੇ ਜਿਹੜੇ ਬੰਦੇ ਜਾਂਚ ਕਰ ਰਹੇ ਨੇ, ਉਹ ਬੰਦੇ ਉਹਦੀ ਵੀ ਜਾਂਚ ਕਰ ਰਹੇ ਨੇ ਵੀ ਉਹਨੇ ਚੋਰੀ ਕੀ ਕੀਤੀ ਹੈ, ਤੇ ਰਿਪੋਰਟ ਉਹਨੂੰ ਹੀ ਜਾਏ ਕਰਨੀ ਹੈ। ਫਿਰ ਤੁਹਾਨੂੰ ਕਹੀਏ ਨਾ ਡੁੱਬ ਕੇ ਮਰ ਜਾਓ, ਫਿਰ ਆਪਣੇ ਨਾਲ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਬਹੁਤ ਸਾਫ਼ ਸੁਥਰੇ ਚੰਗੇ ਸੱਚੇ ਸੁੱਚੇ ਹੋ। ਕੋਈ ਗੱਲ ਨਹੀਂ ਸੰਗਤ ਜੀ, ਮੈਂ ਹਮੇਸ਼ਾ ਤੁਹਾਨੂੰ ਕਿਹਾ ਹੈ ਵੀ ਤੁਹਾਨੂੰ ਜਾਗਰੂਕ ਹੋਣਾ ਪੈਣਾ ਹੈ। ਇਹਨਾਂ ਨੂੰ ਖੂਨ ਲੱਗ ਗਿਆ ਆ ਮੂੰਹ ਨੂੰ, ਗੁਰੂ ਦੀਆਂ ਗੋਲਕਾਂ ਦਾ ਖੂਨ ਇਹਨਾਂ ਦੇ ਮੂੰਹ ਨੂੰ ਲੱਗ ਗਿਆ ਆ। ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਕਲਗੀਧਰ ਨੇ ਕੜਾਹੇ ਕਿਉਂ ਚਾੜੇ ਸੀ ਮਸੰਦਾਂ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਮੂੰਹ ਨੂੰ ਵੀ ਖੂਨ ਲੱਗਿਆ ਆ। ਇਹਨਾਂ ਨੂੰ ਜਿੰਨਾ ਮਰਜ਼ੀ ਸੁਧਾਰ ਲਈਏ, ਸੁਧਰ ਨਹੀਂ ਸਕਦੇ। ਸਾਰੀ SGPC ਦੀ ਗੱਲ ਨਹੀਂ ਕਰ ਰਿਹਾ, ਪਰ ਕੁਝ ਅਜਿਹੇ ਬੰਦੇ ਹੈਗੇ ਨੇ ਜਿਹਨਾਂ ਨੂੰ ਮੂੰਹ ਨੂੰ ਪੱਕਾ ਖੂਨ ਲੱਗ ਗਿਆ ਆ। ਪ੍ਰਤਾਪੇ ਵਰਗੇ ਜਿਹੜੇ ਫੀਮ ਖਾ ਕੇ ਬੈਠੇ ਆ, ਸੇਵਾਦਾਰ ਭਰਤੀ ਹੋਏ ਸੀ, ਅੱਜ ਕਰੋੜਾਂ ਅਰਬਾਂ ਦੀ ਜਾਇਦਾਦ ਬਣਾ ਕੇ ਬੈਠੇ ਆ, ਫੇਰ ਵੀ ਹਿੰਮਤ ਹੋ ਜਾਂਦੀ ਹੈ ਸਾਹਮਣੇ ਆ ਕੇ ਬਸ਼ਰਮਾ ਵਾਂਗ ਜਵਾਬ ਦੇਣ ਦੀ। ਤੁਹਾਨੂੰ ਤਾਂ ਵਧੀਆ ਜਥੇਦਾਰ ਭਾਈ ਰਣਜੀਤ ਸਿੰਘ ਤੁਹਾਨੂੰ ਵਧੀਆ ਸਬਕ ਸਿਖਾਉਂਦੇ ਨੇ। ਮੈਨੂੰ ਕਹਿੰਦੇ ਹੋ ਨਾ ਤੁਸੀਂ ਮੈਂ ਭਾਸ਼ਾ ਬਹੁਤ ਮਤਲਬ ਉੱਦਾਂ ਦੀ ਵਰਤਦਾ ਆ, ਉਹ ਬਹੁਤ ਸੱਭਿਅਕ ਭਾਸ਼ਾ ਦੇ ਵਿੱਚ ਤੁਹਾਨੂੰ ਬਹੁਤ ਸੱਭਿਅਕ ਤਰੀਕੇ ਨਾਲ ਬੜੇ ਸਵਾਲ ਕਰਦੇ ਨੇ, ਪਰ ਤੁਹਾਡੀ ਫੇਰ ਵੀ ਔਕਾਤ ਨਹੀਂ ਹੈ ਉਹਨਾਂ ਨੂੰ ਜਵਾਬ ਦੇ ਸਕੋ। ਪ੍ਰਤਾਪ ਨੇ ਪਿਛਲੀ ਵਾਰ ਜਵਾਬ ਦਿੱਤਾ ਸੀ ਨਾ 450 ਏਕੜ ਦਾ, ਤੇ ਜਵਾਬ ਵੀ ਉਹਨਾਂ ਦਾ ਸੁਣ ਲਿਆ ਸੀ। ਜੇ ਨਹੀਂ ਸੁਣਿਆ ਕੱਲ ਮੈਂ ਸੁਣਾ ਦੂੰਗਾ। ਫਿਰ ਸ਼ਰਮ ਤੁਹਾਨੂੰ ਫੇਰ ਵੀ ਨਹੀਂ ਆਉਂਦੀ, ਜਿੰਨੀ ਮਰਜ਼ੀ ਤੁਸੀਂ ਕਰਪਸ਼ਨ ਕਰੀ ਜਾਓ, ਜਿੰਨਾ ਮਰਜ਼ੀ ਲੋਕਾਂ ਦੀ ਅੱਖਾਂ 'ਚ ਕੱਟਾ ਪਾਈ ਜਾਓ, ਤੁਹਾਨੂੰ ਕਿਸੇ ਚੀਜ਼ ਦੀ ਸ਼ਰਮ ਨਹੀਂ। ਸੋ ਸੰਗਤ ਜੀ, ਮੈਂ ਇਹੀ ਕਹਾਂਗਾ, ਜੇ ਤੁਸੀਂ ਮੇਰਾ ਸਾਥ ਦੇ ਰਹੇ ਹੋ, ਮੈਂ ਹਮੇਸ਼ਾ ਤੁਸੀਂ ਤੁਹਾਨੂੰ ਕਹਿਣਾ ਹੁੰਦਾ ਆ, ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ। ਠੀਕ ਹੈ, ਤਾਂ ਕਿ ਅੱਗੇ ਪਤਾ ਲੱਗੇ ਸੰਗਤ ਨੂੰ ਵੀ ਇਹ SGPC ਦੇ ਵਿੱਚ ਕਰ ਕੀ ਰਹੇ ਨੇ, ਤਾਂ ਕਿ ਮੈਨੂੰ ਪਤਾ ਲੱਗੇ ਨਵੇਂ ਕਿੰਨੇ ਮੇਰੇ ਨਾਲ ਜੁੜੇ ਨੇ, ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ। ਤੁਸੀਂ ਕਿੰਨਾ ਕੀ ਅੱਗੇ ਸ਼ੇਅਰ ਕਰਦੇ ਹੋ, ਤੁਸੀਂ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਤੁਸੀਂ ਕੀ ਸੋਚਦੇ ਹੋ, ਤੇ ਇਹਨਾਂ ਦੇ ਨਾਲ ਅਸੀਂ ਕੀ ਕਰੀਏ, ਕਿੱਦਾਂ ਅਸੀਂ ਕਾਫਲਾ ਬਣਾ ਕੇ ਅੱਗੇ ਚੱਲੀਏ। ਮੈਂ ਤੁਹਾਨੂੰ ਕਿਹਾ ਥੋੜੇ ਦਿਨ ਦਾ ਵੇਟ ਤੁਹਾਨੂੰ ਕਰਨਾ ਪੈਣਾ ਆ। ਵੇਟ ਕਰੋਗੇ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਇਹਨਾਂ ਦੇ ਕੱਚੇ ਚਿੱਠੇ ਨਿਕਲ ਕੇ ਸਾਹਮਣੇ ਆਉਣਗੇ। ਤੇ ਹਾਂ, ਕੱਲ ਮੈਂ ਦੇਖ ਰਿਹਾ ਸੀ ਕਿ ਜਦੋਂ ਮੈਂ ਇਤਿਹਾਸ ਦੱਸ ਰਿਹਾ ਸੀਗਾ ਮਾਸਟਰ ਤਾਰਾ ਸਿੰਘ ਦਾ, ਉਹਨਾਂ ਦੀ ਧੀ ਦਾ, ਉਹਨਾਂ ਦੀ ਦੋਹਤਰੀ ਦਾ, ਕਿਰਨਜੋਤ ਕੌਰ ਦਾ, ਕਿ ਆਖਿਰ ਕੀ ਇਹਨਾਂ ਦੀ ਦੇਣਾ ਕੌਮ ਨੂੰ, ਤਾਂ ਇੱਕ ਦੋ ਜਣੇ ਕਮੈਂਟ ਕਰ ਰਹੇ ਸੀ ਕਿ ਇਤਿਹਾਸ ਨਾ ਦੱਸਿਆ ਕਰੋ, ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਰਿਹਾ ਕਰੋ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੂਨ ਡੁੱਲਣ ਤੇ ਬਣੀ ਇੱਕ ਸਾਡੀ ਸਿਰਮੌਰ ਜਥੇਬੰਦੀ ਹੈ। ਮੈਨੂੰ ਸ਼ੌਕ ਨਹੀਂ ਹੈ ਆ ਕੇ ਉਹਨਾਂ ਦੇ ਪੋਤੜੇ ਫੋਲਣ ਦਾ, ਤੇ ਇਹ ਕੋਈ ਸਵਾਦ ਲੈਣ ਦਾ ਵੀ ਸ਼ੋਅ ਨਹੀਂ ਹੈਗਾ ਵੀ ਮੈਂ ਰੋਜ਼ ਆ ਕੇ ਅਗਰ ਉਹਨਾਂ ਦੀਆਂ ਕਰਤੂਤਾਂ ਤੁਹਾਡੇ ਸਾਹਮਣੇ ਰੱਖ ਰਿਹਾ ਤੇ ਸਾਨੂੰ ਸਿਰਫ ਉਹਦਾ ਹੀ ਚਸਕਾ ਹੋਵੇ। ਮੈਂ ਇਤਿਹਾਸ ਵੀ ਅਗਰ ਸਿੱਖ ਕੌਮ ਨਾਲ ਜੁੜਿਆ ਕੋਈ ਦੱਸਦਾ ਆ, ਤੱਥਾਂ ਦੇ ਉੱਤੇ ਆਧਾਰਿਤ ਦੱਸਦਾ ਆ, ਤੇ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਆ ਵੀ ਸਾਡੇ ਕੌਮ ਦੇ ਅਸਲ ਯੋਧੇ ਕੌਣ ਨੇ, ਕਿਸ ਨੇ ਕੌਮ ਵਾਸਤੇ ਕੀ ਕੀਤਾ। ਇਸ ਕਰਕੇ ਜੇ ਇਸ ਐਪੀਸੋਡ ਦੇ ਵਿੱਚ ਵੀ ਥੋੜਾ ਬਹੁਤਾ ਕੋਈ ਮੈਂ ਸਿੱਖ ਇਤਿਹਾਸ ਦੀ ਗੱਲ ਕਰਦਾ ਆ, ਦੱਸਦਾ ਆ,
ਤੁਹਾਡਾ ਫਰਜ਼ ਬਣਦਾ ਕਿ ਉਹਨੂੰ ਵੀ ਤੁਸੀਂ ਵੱਧ ਤੋਂ ਵੱਧ ਪ੍ਰਚਾਰੋ, ਅੱਗੇ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰੋ, ਤਾਂ ਕਿ ਬਹੁਤ, ਕਿਉਂਕਿ ਸਾਡੇ ਨੌਜਵਾਨ ਨੇ ਜਿਹਨਾਂ ਨੂੰ ਪਤਾ ਹੀ ਨਹੀਂ, ਅੱਧਿਆਂ ਨੂੰ ਤਾਂ ਇਹੀ ਨਹੀਂ ਪਤਾ, ਠੀਕ ਹੈ, ਬਲੈਕ ਥੰਡਰ ਕੀ ਸੀਗਾ, ਅੱਧਿਆਂ ਨੂੰ ਇਹੀ ਨਹੀਂ ਪਤਾ ਕਿ ਬਲੂ ਸਟਾਰ ਕਿਉਂ ਹੋਇਆ, ਉਹਦੇ ਪਿੱਛੇ ਦੇ ਅਸਲ ਰੀਜ਼ਨਸ ਕੀ ਸੀ, ਅੱਧਿਆਂ ਨੂੰ ਤਾਂ ਇਹੀ ਨਹੀਂ ਪਤਾ ਕਿ 1955 ਦੇ ਵਿੱਚ ਪਹਿਲੀ ਵਾਰ ਹਿੰਦ ਹਕੂਮਤ ਨੇ ਸਾਡੇ ਤੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਤੇ। ਤਾਂ ਫਿਰ ਤੁਸੀਂ ਸਿਰਫ ਇਹੀ ਸਵਾਦ ਦੇ ਪਿੱਛੇ ਲੱਗੇ ਹੋਏ ਹੋ ਵੀ ਐਸਜੀਪੀਸੀ ਦੇ ਘਪਲੇ ਸਾਹਮਣੇ ਆਉਣ। ਕਰ ਰਿਹਾ ਹਾਂ, ਕਰਦਾ ਰਹੂੰਗਾ ਜਦੋਂ ਤੱਕ ਇਹ ਨਹੀਂ ਸੁਧਰਦੇ, ਪਰ ਆਪਣੇ ਇਤਿਹਾਸ ਨਾਲ ਵਾਕਫ ਹੋਣਾ ਵੀ ਸਾਡੀ ਆਪਣੀ ਜ਼ਿੰਮੇਵਾਰੀ ਹੈ। ਬੱਚਿਆਂ ਨੂੰ ਉਸ ਇਤਿਹਾਸ ਨਾਲ ਵਾਕਫ ਕਰਵਾਉਣਾ ਸਾਡੀ ਆਪਣੀ ਜ਼ਿੰਮੇਵਾਰੀ ਹੈ। ਹਰੀ ਸਿੰਘ ਨਲੂਆ ਕੌਣ ਸੀ ਉਹਨਾਂ ਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਮਾਲਕ ਕਿੱਦਾਂ ਬਣੇ, ਬੰਦਾ ਸਿੰਘ ਬਹਾਦਰ ਕੌਣ ਸੀ, ਬੱਚਿਆਂ ਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਮਾਈ ਭਾਗੋ ਕੌਣ ਸੀ, ਬੱਚਿਆਂ ਨੂੰ ਸਮਝਾਉਣਾ ਸਾਡੀ ਜ਼ਿੰਮੇਵਾਰੀ ਹੈ। ਫਿਰ ਅਗਰ ਤੁਸੀਂ ਧੀਆਂ ਭੈਣਾਂ ਨੂੰ ਇਹ ਕਹਿੰਦੇ ਹੋ ਵੀ ਅੱਜ ਕੁੜੀਆਂ ਆਈਬ੍ਰੋ ਬਣਾਉਂਦੀਆਂ ਨੇ ਜੀ, ਫੈਸ਼ਨ ਕਰਦੀਆਂ ਨੇ, ਮੇਕਅਪ ਕਰਦੀਆਂ ਨੇ, ਘਰਾਂ ਚੋਂ ਬਾਹਰ ਜਾਂਦੀਆਂ ਨੇ, ਤਾਂ ਫਿਰ ਬੱਚਿਆਂ ਦਾ ਦੋਸ਼ ਨਹੀਂ ਹੈ, ਕਿਉਂਕਿ ਉਹਨਾਂ ਦੀਆਂ ਨੀਹਾਂ ਕੱਚੀਆਂ ਤੁਸੀਂ ਰੱਖੀਆਂ ਨੇ। ਇੱਕ ਦਰਦਨਾਕ ਖਬਰ ਅੰਮ੍ਰਿਤਸਰ ਦੇ ਨੇੜੇ ਦੀ ਹੀ ਕੱਲ ਤੋਂ ਪਰਸੋਂ ਤੋਂ ਚੱਲ ਰਹੀ ਹੈ ਵੀ ਇੱਕ ਜਵਾਨ ਧੀ ਆਪਣੇ ਦੋਸਤ ਦੇ ਨਾਲ ਕਿਤੇ ਬਾਹਰ ਰਹਿ ਹੀ ਰਾਤ, ਤੇ ਸਵੇਰੇ ਆਉਂਦੇ ਹੀ ਪਿਓ ਅਮਰਧਾਰੀ ਨਿਹੰਗ ਸੀਗਾ, ਉਹਨੇ ਧੀ ਦਾ ਕਤਲ ਵੀ ਕਰਤਾ ਤੇ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਗਲੀਆਂ ਦੇ ਵਿੱਚ ਧੀ ਨੂੰ ਘੜੀਸਦਾ ਰਿਹਾ। ਇਨਸਾਨੀਅਤ ਨੂੰ ਬਰਬਰਤਾ, ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਆ। ਪਰ ਜਦੋਂ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਤੇ ਉਹਦੇ ਮੱਥੇ ਤੇ ਇੱਕ ਸ਼ਿਕਨ ਨਹੀਂ ਸੀ। ਕਹਿੰਦਾ ਸਾਡੀ ਅਣਖ ਨੇ ਸਾਡੀਆਂ ਧੀਆਂ, ਸਾਡੀਆਂ ਔਲਾਦਾਂ। ਜੇ ਕੋਈ ਅਜਿਹਾ ਕੁਕਰਮ ਕਰਦਾ ਹੈ ਤਾਂ ਉਹਨੂੰ ਮੈਂ ਸਜ਼ਾ ਆਪਣੇ ਹੱਥੀਂ ਦੇਤੀ, ਮੈਨੂੰ ਕੋਈ ਦੁੱਖ ਨਹੀਂ। ਇਸ ਲਈ ਕਹਿਣਾ ਆ ਵੀ ਅਜਿਹੀ ਅਣਖ ਜਗਾਉਣ ਨਾਲੋਂ ਚੰਗਾ ਹੈ ਨਾ ਵੀ ਬਚਪਨ ਤੋਂ ਹੀ ਬੱਚਿਆਂ ਨੂੰ, ਜੇ ਤੁਸੀਂ ਗੁਰਮਤ ਦੇ ਰਾਹ ਪਾਇਆ ਹੁੰਦਾ ਨਾ, ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਹੁੰਦੀ, ਬੱਚਿਆਂ ਨੂੰ ਸਿੱਖੀ ਵਾਲੇ ਸੰਸਕਾਰ ਦਿੱਤੇ ਹੁੰਦੇ, ਦੱਸਿਆ ਹੁੰਦਾ ਮਾਤਾ ਗੁਜਰ ਕੌਰ ਕੌਣ ਸੀ, ਮਾਈ ਭਾਗੋ ਕੌਣ ਸੀ, ਤਾਂ ਸ਼ਾਇਦ ਆਹ ਦਿਨ ਸਾਨੂੰ ਨਾ ਦੇਖਣਾ ਪੈਂਦਾ। ਇਸ ਕਰਕੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ, ਆਪਣੇ ਬੱਚਿਆਂ ਉੱਤੇ ਵੀ ਆਪਣੀ ਪੂਰੀ ਨਜ਼ਰਬਾਜ਼ ਦੀ ਰੱਖਿਆ ਕਰੋ। ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜੋ। ਐਸਜੀਪੀਸੀ ਨੇ ਜਿੰਨਾ ਬੇੜਾ ਗਰਕ ਕੀਤਾ ਆ ਤੁਹਾਨੂੰ ਪਤਾ ਲੱਗ ਗਿਆ ਆ। ਹੁਣ ਤੁਹਾਨੂੰ ਘਰਾਂ ਦੇ ਵਿੱਚ ਹੀ ਬੱਚਿਆਂ ਨੂੰ ਗੁਰਮਤ ਦੀਆਂ ਕਲਾਸਾਂ ਦੇਣੀਆਂ ਪੈਣੀਆਂ ਨੇ। ਹਰ ਬੱਚੇ ਨੂੰ ਬਾਣੀ ਦੇ ਨਾਲ ਜੋੜਨਾ ਪੈਣਾ। ਹੋਰ ਨਹੀਂ ਕੁਛ ਤਾਂ ਰਾਤ ਨੂੰ ਸੌਣ ਲੱਗੇ ਹੀ ਬੱਚਿਆਂ ਨੂੰ ਪਹਿਲਾਂ ਪੰਜ ਬਾਣੀਆਂ ਕਹਿ ਰਹੇ ਆ, 5 ਪੌੜੀਆਂ ਜਪਜੀ ਸਾਹਿਬ ਦੀਆਂ ਸੁਣਾਓ, ਕਿਉਂਕਿ ਬੱਚੇ ਲੋਰੀਆਂ ਕਹਿੰਦੇ ਨੇ, ਲੋਰੀਆਂ ਦੀ ਥਾਂ ਤੇ ਉਹ ਸੁਣਾਉਣੀਆਂ ਸ਼ੁਰੂ ਕਰੋ। ਮੈਂ ਵੀ ਆਪਣੀ ਧੀ ਨੂੰ ਪਾਠ ਐਵੇਂ ਹੀ ਸਿਖਾਇਆ ਹੈ, ਠੀਕ ਹੈ। ਸੋ ਅਜਿਹਾ ਕਰੋਗੇ ਤਾਂ ਹੌਲੀ ਹੌਲੀ ਸਭ ਕੁਝ ਹੋ ਜਾਏਗਾ। ਗੁਰੂ ਘਰ ਜਾਣਾ ਨਹੀਂ ਜਾਣਾ, ਹਫ਼ਤੇ 'ਚ ਇੱਕ ਵਾਰ ਦੇਗ ਬਣਾ ਕੇ ਆਪ ਹੀ ਮੱਥਾ ਟੇਕ ਲਿਆ ਕਰੋ ਘਰੇ, ਗੁਟਕਾ ਸਾਹਿਬਾਨ ਦੇ ਸਾਹਮਣੇ ਮੱਥਾ ਟੇਕ ਲਿਆ ਕਰੋ, ਬਾਣੀ ਆ ਉਹ ਵੀ, ਬੱਚਿਆਂ ਨੂੰ ਪਤਾ ਲੱਗੂਗਾ ਸਾਡੇ ਸਿਧਾਂਤ ਕੀ ਨੇ। ਅਜਿਹੀਆਂ ਛੋਟੀਆਂ ਸ਼ੁਰੂਆਤਾਂ ਤੁਸੀਂ ਘਰਾਂ ਤੋਂ ਕਰਨੀਆਂ ਤਾਂ ਸ਼ੁਰੂ ਕਰੋ। ਬੱਚਿਆਂ ਨੂੰ ਆਪਣੇ ਸੰਸਕਾਰ ਦਾ ਪਤਾ ਲੱਗਣ, ਸਾਡੇ ਸੰਸਕਾਰ ਕੀ ਨੇ। ਕਦੇ ਹੋ ਹੀ ਨਹੀਂ ਸਕਦਾ ਜੇਕਰ ਤੁਸੀਂ ਅੱਜ ਇਹ ਬਚਪਨ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਕਰ ਰਹੇ ਹੋ, ਬੱਚਿਆਂ ਦੇ ਸਾਹਮਣੇ ਕਰ ਰਹੇ ਹੋ, ਤੇ ਉਹ ਵੱਡੇ ਹੋ ਕੇ ਤੁਹਾਡੇ ਹੱਥਾਂ ਤੋਂ ਬਾਹਰ ਚਲ ਜਾਣ ਜਾਂ ਕੋਈ ਵੀ ਕੁਕਰਮ ਕਰੇ ਆਣ। ਇਸ ਲਈ ਬੇਨਤੀਆਂ ਪ੍ਰਵਾਨ ਕਰੋ। ਜਵਾਨ ਬੱਚਾ ਉੱਤੇ ਗੁੱਸਾ ਕੱਢਣ ਦਾ ਫਾਇਦਾ ਨਹੀਂ, ਕਿਉਂਕਿ ਨੀਹਾਂ ਕਿਤੇ ਨਾ ਕਿਤੇ ਤੁਸੀਂ ਆਪ ਉਹਨਾਂ ਦੀਆਂ ਖੋਖਲੀਆਂ ਰੱਖੀਆਂ ਨੇ। ਤਾਂ ਫਿਰ ਅਜਿਹੀ ਫੋਕੀ ਹੈਂਕੜ ਦਿਖਾਉਣ ਦਾ ਜਾਂ ਅਣਖ ਦਿਖਾਉਣ ਦਾ ਕੋਈ ਫਾਇਦਾ ਨਹੀਂ। ਆਪਣੇ ਹੱਥੀਂ ਢਿੱਡੋਂ ਜੰਮੇ ਮਾਰ ਕੇ ਤੇ ਫਿਰ ਸੰਗਤ ਦੇ ਵਿੱਚ ਆ ਕੇ, ਮੀਡੀਆ ਦੇ ਵਿੱਚ ਆ ਕੇ ਕਹਿਣਾ ਵੀ ਅਸੀਂ ਆਪਣੀ ਅਣਖ ਬਚਾ ਲਈ, ਇਹ ਅਣਖ ਗੈਰਤ ਨਹੀਂ ਹੈ। ਇਹ ਤੁਹਾਡੀ ਕਾਇਰਤਾ ਸੀ, ਇਹ ਤੁਹਾਡੀਆਂ ਗਲਤੀਆਂ ਸੀ ਜਿਹੜੇ ਬੱਚੇ ਅੱਜ ਸੰਸਕਾਰੀ ਨਾ ਰਹੇ। ਬੱਚਿਆਂ ਨੇ ਚਾਦਰ ਤੋਂ ਬਾਹਰ ਪੈਰ ਕੱਢੇ। ਸੋ ਬੇਨਤੀ ਆ, ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ। ਨੌਜਵਾਨੀ ਸਾਂਭੋ, ਅਸੀਂ ਮਰਵਾਣੀ ਨਹੀਂ ਹੈਗੀ। ਬਹੁਤ ਸਰਕਾਰਾਂ ਨੇ ਨਸ਼ਾ ਦੇ ਕੇ ਮਰਵਾਤੀ ਆ। ਸੋ ਇਹ ਸੰਸਕਾਰ ਤੁਹਾਡਾ ਫਰਜ਼ ਬਣਦਾ ਹੈ ਬੱਚਿਆਂ ਨੂੰ ਦਿਓ। ਖੈਰ ਸੰਗਤ ਜੀ, ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਸਬਸਕ੍ਰਿਪਸ਼ਨ ਕਰਿਆ ਕਰੋ। ਜਿਨ੍ਹਾਂ ਨੇ ਮੈਂਬਰਸ਼ਿਪ ਲੈਣੀ ਹੈ, ਸਬਸਕ੍ਰਾਈਬ ਦੇ ਨਾਲ ਵੀ ਮੈਂਬਰਸ਼ਿਪ ਦਾ ਬਟਨ ਹੈਗਾ ਥੱਲੇ, ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੈਗਾ, ਤੇ ਜ਼ਰੂਰ ਡਿਸਕ੍ਰਿਪਸ਼ਨ ਦੇ ਲਿੰਕ ਨੂੰ ਹਿੱਟ ਕਰਕੇ ਤੁਸੀਂ ਮੈਂਬਰਸ਼ਿਪ ਵੀ ਲਿਆ ਕਰੋ। ਉਹਨਾਂ ਸਾਨੂੰ ਥੋੜ੍ਹੀ ਜਿਹੀ ਫਾਈਨੈਂਸ਼ੀਅਲ ਸਪੋਰਟ ਹੋ ਜਾਂਦੀ ਹੈ। ਤੇ ਕੱਲ੍ਹ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਵੀ ਹੈ ਜੀ, ਤੇ ਦੇਖਦੇ ਹਾਂ ਕੱਲ੍ਹ ਕੀ ਬਣਦਾ ਹੈ। ਰੱਬ ਰੱਖਾ ਤੇ ਚੜ੍ਹਦੀ ਕਲਾ 'ਚ ਰਹੋ, ਹੱਸਦੇ ਵਸਦੇ ਰਹੋ ਤੇ ਉਸ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹੋ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।